Hello students, today I am going to tell you about the test that I sent you yesterday. So I am going to repeat that test. The first is living things. First question is living things can move in order to. Living things ਜਿਹੜੀਆਂ ਨੇ ਉਹ ਕਿੱਦਾਂ ਮੂਵ ਕਰਦੀਆਂ ਨੇ in order to ਕਿਸ ਚੀਜ਼ ਲਈ find food and water and find shelter. ਫੂਡ ਐਂਡ ਵਾਟਰ ਵਾਸਤੇ ਵੀ ਤੇ ਸ਼ੈਲਟਰ ਵਾਸਤੇ ਵੀ ਉਹ ਇੱਕ ਥਾਂ ਤੋਂ ਦੂਸਰੀ ਥਾਂ ਮੂਵ ਕਰਦੇ ਨੇ। ਜਿੰਨੇ ਵੀ ਲਿਵਿੰਗ ਬੀਇੰਗਸ ਨੇ ਉਹ ਸਾਰੇ ਫੂਡ ਵਾਟਰ ਐਂਡ ਸ਼ੈਲਟਰ ਲਈ ਇੱਕ ਥਾਂ ਤੋਂ ਦੂਸਰੀ ਥਾਂ ਮੂਵ ਕਰਦੇ ਨੇ। ਦੇ ਮੂਵ ਇਨ ਆਰਡਰ ਟੂ ਮਤਲਬ ਕਿ ਕਿਸ ਚੀਜ਼ ਲਈ ਮੂਵ ਕਰਦੇ ਨੇ? ਆਪਣਾ ਫੂਡ ਸ਼ੈਲਟਰ ਲੱਭਣ ਲਈ। ਸੋ ਲਿਵਿੰਗ ਥਿੰਗਸ ਲਿਵਿੰਗ ਥਿੰਗਸ ਜਿਹੜੇ ਆ ਉਹ ਕਿਹਦੇ ਨਾਲ ਮੂਵ ਕਰਦੇ ਨੇ? ਸੇਮ ਵੇ, ਡਿਫਰੈਂਟ ਵੇ ਜਾਂ ਨਥਿੰਗ ਵੇ? ਲਿਵਿੰਗ ਥਿੰਗਸ ਜਿਹੜੇ ਆ ਉਹ ਮੂਵ ਕਰਦੇ ਨੇ ਡਿਫਰੈਂਟ ਵੇਜ਼ ਨਾਲ ਕਿੱਦਾਂ? ਜਿਵੇਂ ਐਲੀਫੈਂਟ ਹੈ, ਐਲੀਫੈਂਟ ਵਾਕ ਕਰਦਾ ਆ, ਹਾਰਸ ਦੌੜਦਾ ਆ, ਠੀਕ ਹੈ। ਐਲੀਫੈਂਟ ਵੀ ਦੌੜਦਾ ਆ ਬਟ ਇਟ ਕੈਨੋਟ ਰਨ ਲਾਈਕ ਅ ਹਾਰਸ। ਜਿੱਦਾਂ ਘੋੜਾ ਦੌੜਦਾ ਆ ਉੱਦਾਂ ਨਹੀਂ ਉਹ ਰਨ ਕਰ ਸਕਦਾ। ਸੋ ਲਾਈਕ ਦੈਟ ਲਿਵਿੰਗ ਥਿੰਗਸ ਕੀ ਆ ਕਿ ਇਨ ਡਿਫਰੈਂਟ ਵੇਜ਼ ਨਾਲ ਮੂਵ ਕਰਦੇ ਆ। ਇਨਸੈਕਟਸ ਜਿਹੜੇ ਆ ਉਹ ਕ੍ਰੋਲ ਕਰਦੇ ਆ, ਇਨਸੈਕਟਸ ਕ੍ਰੋਲ ਕਰਦੇ ਆ। ਸੋ ਦੈਟ ਮੀਨਸ ਕਿ ਹਰ ਇੱਕ ਜਿਹੜਾ ਆ ਲਿਵਿੰਗ ਬੀਇੰਗ ਅਲੱਗ ਤਰੀਕੇ ਨਾਲ ਮੂਵ ਕਰਦਾ ਆ। ਨੈਕਸਟ ਇਜ਼ ਐਨ ਅਰਥਵਰਮ ਈਟ ਸੋਇਲ ਵਿਚ ਹੈਜ਼ ਦ ਪਾਰਟਸ ਆਫ ਡੈਸ਼ ਐਂਡ ਡੈਸ਼। ਮੀਨਸ ਇੱਕ ਅਰਥਵਰਮ ਜਿਹੜਾ ਆ ਉਹ ਈਟ ਕਰਦਾ ਆ ਸੋਇਲ ਨੂੰ ਈਟ ਕਰਨ ਲੱਗੇ ਕਿੱਦਾਂ ਕਰਦਾ ਆ ਕਿ ਡੈਡ ਪਲਾਂਟਸ ਤੇ ਐਨੀਮਲਸ ਲੈਂਦਾ ਆ। ਕਿੱਦਾਂ? ਡੈਡ ਪਲਾਂਟਸ ਤੇ ਐਨੀਮਲਸ ਜਦੋਂ ਹਿਊਮਸ ਪ੍ਰੋਵਾਈਡ ਹੁੰਦਾ ਆ ਸੋਇਲ ਨੂੰ, ਉਹਦੇ ਵਿੱਚ ਕੀ ਹੁੰਦਾ? ਹਿਊਮਸ ਵਿੱਚ ਡੈਡ ਪਲਾਂਟਸ ਐਂਡ ਐਨੀਮਲਸ। ਸੋ ਦੈਟਸ ਵਾਈ ਸੋਇਲ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਆ ਡੈਡ ਪਲਾਂਟਸ ਐਂਡ ਐਨੀਮਲਸ। ਦੈਟਸ ਵਾਈ ਦ ਅਰਥਵਰਮ ਜਿਹੜਾ ਆ ਉਹ ਈਟ ਕਰਦਾ ਆ। ਜਿਹੜੇ ਡੈਡ ਪਲਾਂਟਸ ਐਂਡ ਐਨੀਮਲਸ ਹੁੰਦੇ ਆ ਨਾ ਉਹਨਾਂ ਨੂੰ ਖਾਂਦਾ ਆ, ਉਹ ਸੋਇਲ ਜਿਹੜੀ ਆ ਉਹ ਖਾਂਦਾ ਆ। ਨੈਕਸਟ ਇਜ਼ ਐਨ ਐਲੀਫੈਂਟ uses dash like a straw to suck water। ਐਲੀਫੈਂਟਸ ਕੀ ਯੂਜ਼ ਕਰਦੇ ਨੇ ਵਾਟਰ ਸਕ ਕਰਨ ਨੂੰ? ਮਤਲਬ ਕਿ ਜਿਹੜਾ ਪਾਣੀ ਪੀਂਦੇ ਆ ਉਹ ਕਿੱਦਾਂ ਮਤਲਬ ਕਿ ਪਾਣੀ ਪੀਂਦੇ ਆ? ਲਾਈਕ ਵਿਦ ਦ ਹੈਲਪ ਆਫ ਦ ਟਰੰਕ ਮਤਲਬ ਸੁੰਡ ਦੇ ਨਾਲ ਪਾਣੀ ਪੀਂਦੇ ਆ। ਨੈਕਸਟ ਇਜ਼ ਐਨੀਮਲ ਸ਼ੈਲਟਰ ਮਸਟ ਬੀ ਕਲੀਨਡ। ਬੱਚੇ ਇਹ ਕੁਐਸਚਨ ਮਸਟ ਆ, ਮੇ ਬੀ ਇਨ ਦ ਫਾਈਨਲ ਟਰਮ ਵੀ ਆ ਜੇ ਕਿ ਇਹ ਤੁਹਾਨੂੰ 2-3 ਵਾਰੀ ਰੋਂਗ ਕਰਕੇ ਵੀ ਆਇਆ ਸੀਗਾ ਮੌਕ ਟੈਸਟ ਵਿੱਚ, ਬਟ ਹੁਣ ਮੈਂ ਤੁਹਾਨੂੰ ਆਨਸਰ ਦੇ ਰਹੀ ਹਾਂ ਕਿ ਐਨੀਮਲਸ ਦਾ ਜਿਹੜਾ ਸ਼ੈਲਟਰ ਆ ਉਹ ਕਲੀਨ ਹੋਣਾ ਚਾਹੀਦਾ ਹੈ ਫ੍ਰੀਕੁਐਂਟਲੀ, ਠੀਕ ਹੈ। ਫ੍ਰੀਕੁਐਂਟਲੀ ਮੀਨਸ ਕਿ ਉਹਦਾ ਤਕਰੀਬਨ ਉਹਦਾ ਜਿਹੜਾ ਐਨੀਮਲਸ ਦਾ ਜਿਹੜਾ ਘਰ ਆ ਜਿਹਦੇ ਮਤਲਬ ਕਿ ਐਨੀਮਲਸ ਰਹਿੰਦੇ ਆ ਉਹਨੂੰ ਸਾਫ਼ ਕਰਨਾ ਚਾਹੀਦਾ ਆ। ਸੋ ਨੈਕਸਟ ਕੁਐਸਚਨ ਇਜ਼ bringing swallowed food back into their mouth and then chewing it well। ਮਤਲਬ ਕਿ ਆਪਣੇ ਮੂੰਹ ਵਿੱਚ ਫੂਡ ਜਿਹੜਾ ਆ ਉਹ ਚੰਗੀ ਤਰ੍ਹਾਂ ਚਿਊ ਕਰਦੇ ਆ। ਸਵੈਲੋ ਮਤਲਬ ਕਿ ਪਹਿਲਾਂ ਸਵੈਲੋ ਕਰ ਲੈਂਦੇ, ਸਿੱਧਾ ਲਗਾ ਲੈਂਦੇ ਆ, ਫਿਰ ਆਪਣੇ ਮੂੰਹ ਵਿੱਚ ਵਾਪਸ ਲੈ ਕੇ ਆਉਂਦੇ ਤੇ ਉਹਨੂੰ ਚੰਗੀ ਤਰ੍ਹਾਂ ਚਿਊ ਕਰਦੇ ਆ। ਚਿਊ ਮਤਲਬ ਕਿ ਚੰਗੀ ਤਰ੍ਹਾਂ ਉਹਨੂੰ ਚਿੱਥਦੇ ਆ, ਠੀਕ ਹੈ। ਉਹ ਚਿੱਥਦੇ ਕਿੱਦਾਂ ਆ? ਜਿਹੜਾ ਉਹਨਾਂ ਨੇ ਖਾਧਾ ਹੁੰਦਾ ਆ, ਜਿਹੜਾ ਗਰਾਸ ਉਹਨਾਂ ਨੇ ਖਾਧਾ ਹੁੰਦਾ ਕੌਰਨ ਜਾਂ ਬਫੈਲੋ ਨੇ, ਉਹਨੂੰ ਵਾਪਸ ਲੈ ਕੇ ਆਉਂਦੀਆਂ ਆਪਣੇ ਮਾਊਥ ਵਿੱਚ ਅਤੇ ਉਹਨੂੰ ਕਿੰਨੀ ਦੇਰ ਤੱਕ ਚਿਊ ਕਰਦੀਆਂ ਨੇ, ਉਹਨੂੰ ਕਹਿੰਦੇ ਨੇ ਚੂਇੰਗ ਦਾ ਕਡ। ਨੋ ਨੈਕਸਟ ਇਜ਼ ਹਾਰਸ ਜਿਹੜਾ ਆ ਉਹ ਕੀ ਕਰਦਾ ਆ? ਹਾਰਸ ਦੀ ਥਾਂ 'ਤੇ ਬੱਚੇ ਕੁਛ ਵੀ ਆ ਸਕਦਾ, ਐਨੀਮਲਸ, ਕੋਈ ਵੀ ਐਨੀਮਲਸ, ਕੋਈ ਵੀ ਇਨਸੈਕਟ, ਕੁਛ ਵੀ ਆ ਸਕਦਾ ਆ। ਸੋ ਨੋਟ ਟੂ ਵਰੀ ਅਬਾਊਟ ਦੈਟ। ਇਹ ਨਹੀਂ ਸੋਚਣਾ ਕਿ ਵੀ ਮੈਮ ਨੇ ਸਿਰਫ ਹਾਰਸ ਕਰਾਇਆ ਜਾਂ ਸਾਨੂੰ ਕੈਟ ਹੀ ਆਇਆ। ਸੋ ਹਾਰਸ ਦੀ ਜਗ੍ਹਾ 'ਤੇ ਕੋਈ ਵੀ ਐਨੀਮਲ ਆ ਸਕਦਾ ਹੈ, ਕੋਈ ਵੀ ਇਨਸੈਕਟ ਆ ਸਕਦਾ ਆ। ਜਿੰਨੇ ਵੀ ਲਿਵਿੰਗ ਬੀਇੰਗਸ ਨੇ ਬੱਚੇ ਉਹ ਆਪਣਾ ਫੁੱਲਫਿਲ ਕਰਦੇ ਨੇ ਹੰਗਰ, ਠੀਕ ਹੈ। ਜਿਵੇਂ ਬੁੱਕ ਆ, ਬੁੱਕ ਨੂੰ ਕੋਈ ਭੁੱਖ ਨਹੀਂ ਲੱਗਦੀ ਐਂਡ ਦੇ ਡੂ ਨਾਟ ਕੈਰੀ ਆਊਟ ਡਿਫਰੈਂਟ ਐਕਟੀਵਿਟੀਜ਼। ਉਹ ਆਪਣੀਆਂ ਵੱਖਰੀ ਐਕਟੀਵਿਟੀਜ਼ ਵੀ ਨਹੀਂ ਕਰਦੀਆਂ ਕਿ ਆਪਣੇ ਆਪ ਨੱਚਦੀਆਂ ਕੁੱਦਦੀਆਂ ਵੀ ਨਹੀਂ ਆ। ਸੋ ਜਿਹੜੀਆਂ ਨੋਨ ਲਿਵਿੰਗ ਥਿੰਗਸ ਹੁੰਦੀਆਂ ਨੇ ਉਹ ਨਹੀਂ ਡਿਫਰੈਂਟ ਐਕਟੀਵਿਟੀਜ਼ ਕਰਦੀਆਂ, ਨਾ ਹੀ ਉਹਨਾਂ ਨੂੰ ਹੰਗਰ ਫੀਲ ਹੁੰਦੀ ਆ, ਮਤਲਬ ਕਿ ਭੁੱਖ ਫੀਲ ਹੁੰਦੀ ਆ।
ਭੁੱਖ ਕਿਹਨਾਂ ਨੂੰ ਫੀਲ ਹੁੰਦੀ ਹੈ? ਜਿਹੜੇ ਲਿਵਿੰਗ ਬੀਇੰਗਸ ਹੁੰਦੇ ਨੇ, ਜਿਨ੍ਹਾਂ ਨੂੰ ਸਾਹ ਆਉਂਦਾ ਆ। ਸੋ ਹੌਰਸ ਇਜ਼ ਲਿਵਿੰਗ ਥਿੰਗ, ਸੋ ਇਟ ਫੀਲਸ ਹੰਗਰ। ਉਹ ਆਪਣੀ ਹੰਗਰ ਨੂੰ ਮਿਟਾਉਣ ਵਾਸਤੇ ਇੱਕ ਥਾਂ ਤੋਂ ਦੂਸਰੀ ਥਾਂ ਜਾਂਦਾ ਆ। ਆਪਣੀ ਐਕਟੀਵਿਟੀਜ਼ ਵੀ ਡਿਫਰੈਂਟ ਟਾਈਪਸ ਆਫ ਐਕਟੀਵਿਟੀਜ਼ ਵੀ ਕਰਦਾ ਆ। ਸਕੁਇਲ ਐਂਡ ਰੈਟਸ ਆਰ ਓਮਨੀਵੋਰ। ਓਮਨੀਵੋਰ ਮਤਲਬ ਕਿ ਸਕੁਇਲ ਅਤੇ ਰੈਟਸ ਜਿਹੜੇ ਆ ਉਹ ਨਟਸ ਅਤੇ ਸੀਡਸ ਵੀ ਖਾਂਦੇ ਆ, ਅਤੇ ਨਿੱਕੇ ਨਿੱਕੇ ਜਿਹੜੇ ਹੁੰਦੇ ਆ ਮੀਟ ਦੇ ਟੁਕੜੇ ਉਹ ਵੀ ਖਾਂਦੇ ਆ। ਦੈਟ ਮੀਨਸ ਦੇ ਈਟ ਬੋਥ, ਦੋਨੇ ਚੀਜ਼ਾਂ ਖਾਂਦੇ ਆ। ਨੈਕਸਟ ਇਜ਼ ਦ ਪ੍ਰੋਸੈਸ ਆਫ ਬ੍ਰੇਕਿੰਗ ਅਪ ਸੀਡਸ ਐਂਡ ਨਟਸ ਇਜ਼ ਨੋਨ ਐਜ਼। ਜਿਹੜੇ ਮਤਲਬ ਕਿ ਨਟਸ ਦਾ ਜਿਹੜਾ ਰੈਗੂਲਰ ਨਟ ਬ੍ਰੇਕ ਕਰਦੇ ਆ ਅਤੇ ਸੀਡਸ ਬ੍ਰੇਕ ਕਰਦੇ ਆ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਉਹਨਾਂ ਨੂੰ ਆਪਾਂ ਨੋਇੰਗ ਕਹਿੰਦੇ ਆ, ਕਿਉਂਕਿ ਜਿਹੜੇ ਨਟਸ ਅਤੇ ਸੀਡਸ ਜਿਹੜੇ ਆ ਉਹ ਨਿੱਕੇ ਨਿੱਕੇ ਦੰਦਾਂ ਨਾਲ ਚਿਊ ਹੁੰਦੇ ਆ। ਠੀਕ ਹੈ, ਅਤੇ ਨਿੱਕੇ ਨਿੱਕੇ ਦੰਦ ਕਿਹਦੇ ਆ? ਸਕੁਇਲ ਦੇ ਆ, ਰੈਬਿਟ ਦੇ ਆ। these are the living things that that has the habit of knowing the habit ਕਿਹਦੀ ਆ? ਸਕੁਇਲ ਦੀ, ਰੈਟ ਦੀ, ਰੈਬਿਟ ਦੀ। these are having the knowing habit. Next question is we should provide food and water to the domestic animals. ਸਾਨੂੰ ਫੂਡ ਐਂਡ ਵਾਟਰ ਜਿਹੜਾ ਆ ਡੋਮੈਸਟਿਕ ਐਨੀਮਲਸ ਨੂੰ ਪ੍ਰੋਵਾਈਡ ਕਰਨਾ ਚਾਹੀਦਾ ਰੈਗੂਲਰ ਬੇਸਿਸ 'ਤੇ। ਰੈਗੂਲਰ ਬੇਸਿਸ ਮਤਲਬ ਕਿ ਉਹਨਾਂ ਨੂੰ ਤਕਰੀਬਨ ਦੇਣਾ ਚਾਹੀਦਾ। ਜਿੱਦਾਂ ਸਾਨੂੰ ਭੁੱਖ ਪਿਆਸ ਲੱਗਦੀ ਆ, ਇੱਦਾਂ ਹੀ ਜਿਹੜੇ ਐਨੀਮਲਸ ਨੇ ਉਹਨਾਂ ਨੂੰ ਵੀ ਲੱਗਦੀ ਹੈ। ਸੋ ਉਹਨਾਂ ਨੂੰ ਵੀ ਸਾਨੂੰ ਰੈਗੂਲਰ ਇੰਟਰਵਲਸ ਵਿੱਚ ਪਾਣੀ ਦੇਣਾ ਚਾਹੀਦਾ ਆ। ਨੈਕਸਟ ਇਜ਼ ਵਿਚ ਥਿੰਗ ਇਜ਼ ਦ ਸੇਮ ਐਜ਼ ਦ ਕਾਰਨੀਵੋਰ। ਵਿਚ ਥਿੰਗ ਇਜ਼ ਦ ਸੇਮ ਇਨ ਕਾਰਨੀਵੋਰ, ਹਰਬੀਵੋਰ ਐਂਡ ਓਮਨੀਵੋਰ ਐਨੀਮਲਸ। ਕਿਹੜੀ ਚੀਜ਼ ਜਿਹੜੀ ਆ ਉਹ ਸੇਮ ਆ ਕਾਰਨੀਵੋਰ, ਹਰਬੀਵੋਰ ਅਤੇ ਓਮਨੀਵੋਰ ਵਿੱਚ? ਦੈਟ ਇਜ਼ ਕਿ ਉਹ ਫੂਡ ਵੀ ਖਾਂਦੇ ਆ, ਇੱਕ ਥਾਂ ਤੋਂ ਦੂਸਰੀ ਥਾਂ ਮੂਵ ਵੀ ਕਰਦੇ ਆ, ਅਤੇ ਡੈਡ ਵੀ ਹੁੰਦੇ ਆ, ਮਤਲਬ ਕਿ ਮਰਦੇ ਵੀ ਆ। ਹੁਣ ਦੇਖੋ, ਜੇ ਤੁਸੀਂ ਮੂਵ ਐਂਡ ਫਲਾਈ ਕਰਦੇ ਹੋ, ਮੂਵ ਐਂਡ ਫਲਾਈ ਮਤਲਬ ਕਿ ਇੱਕ ਥਾਂ ਤੋਂ ਦੂਸਰੀ ਥਾਂ ਜਾਂਦੇ ਆ ਅਤੇ ਉੱਡਦੇ ਵੀ ਆ। ਇਕੱਲਾ ਉੱਡਦੇ ਨਹੀਂ, ਖਾਂਦੇ ਵੀ ਆ ਬੱਚੇ, ਖਾਣਾ ਵੀ ਜ਼ਰੂਰੀ ਆ। ਸੋ ਦੇ ਡੂ ਆਲ, ਮਤਲਬ ਕਿ ਮੂਵ, ਫਲਾਈ, ਈਟ, ਫੂਡ, ਡਾਈ, ਸਭ ਕੁਛ ਹੁੰਦਾ ਆ। ਨੈਕਸਟ ਇਜ਼ soil is dash layer of the earth. soil is top most. ਇਹ ਤਾਂ ਤੁਹਾਨੂੰ ਕੁਐਸਚਨ ਜਿਹੜਾ ਫਿਲਅਪਸ ਵਿੱਚ ਆਇਆ ਆ ਔਰ ਤਕਰੀਬਨ ਸਭ ਨੇ ਸਹੀ ਕੀਤਾ ਆ। ਹਾਂਜੀ, ਡੈਸ਼ ਇਜ਼ ਦਾ ਹੋਮ ਆਫ ਮੈਨੀ ਐਨੀਮਲਸ, ਮਤਲਬ ਕਿ ਕਈ ਸਾਰੇ ਐਨੀਮਲਸ ਜਿਹੜੇ ਆ ਉਹਨਾਂ ਦਾ ਹੋਮ ਕਿਹੜਾ ਆ? ਸੋਇਲ। ਕਿਉਂ? ਕਿਉਂਕਿ ਮੈਨੀ ਐਨੀਮਲਸ ਲਿਵ ਇਨ ਦਾ ਸੋਇਲ ਰੈਦਰ ਦੈਨ ਦਾ ਪੀਪਲ। ਲੋਕਾਂ ਤੋਂ ਜ਼ਿਆਦਾ ਸੋਇਲ ਦੇ ਵਿੱਚ ਐਨੀਮਲਸ, ਲਿਵਿੰਗ ਔਰਗਨਿਜ਼ਮਸ ਨੇ ਜਿਹੜੇ ਰਹਿੰਦੇ ਆ। ਸੋ ਮੈਨੀ ਐਨੀਮਲਸ ਦਾ ਹੋਮ ਕਿਹੜਾ ਆ? ਸੋਇਲ। ਨੈਕਸਟ ਇਜ਼ ਅਰਥ ਵਾਜ਼ ਅਰਲੀਅਰ ਮੇਡ ਅਪ ਆਫ। ਅਰਥ ਜਿਹੜਾ ਆ ਉਹ ਪਹਿਲਾਂ ਕਾਹਦਾ ਬਣਿਆ ਹੋਇਆ ਸੀ? ਨਿੱਕੇ ਨਿੱਕੇ ਪੀਸ, ਪੱਥਰਾਂ ਦੇ ਨਿੱਕੇ ਨਿੱਕੇ ਪੀਸ ਦਾ। ਠੀਕ ਹੈ, ਇੰਟਾਇਰਲੀ ਮਤਲਬ ਬਿਲਕੁਲ ਪੱਥਰਾਂ ਦਾ। ਮੱਡ ਮਤਲਬ ਕਿ ਬਿਲਕੁਲ ਮਿੱਟੀ ਦਾ ਨਹੀਂ। ਇਟ ਵਾਜ਼ ਮੇਡ ਅਪ ਆਫ ਇੰਟਾਇਰਲੀ ਆਫ ਰੌਕਸ, ਮਤਲਬ ਕਿ ਪੂਰੀ ਤਰ੍ਹਾਂ ਉਹ ਪੱਥਰਾਂ ਦਾ ਬਣਿਆ ਹੋਇਆ ਸੀਗਾ। ਜਿਹੜਾ ਅਰਥ ਸੀਗਾ, ਧਰਤੀ ਸਾਡੀ ਜਿਹੜੀ ਆ ਉਹ ਪਹਿਲਾਂ ਪੂਰੀ ਜਿਹੜੀ ਆ ਉਹ ਰੌਕਸ ਦੀ ਬਣੀ ਹੋਈ, ਪੱਥਰਾਂ ਦੀ ਬਣੀ ਹੋਈ ਸੀ। ਅਜੇ ਵੀ ਕਈ ਥਾਵਾਂ 'ਤੇ ਹੈਗੇ ਰੌਕਸ ਜਿਨ੍ਹਾਂ ਨੂੰ ਮਤਲਬ ਕਿ ਹਜ਼ਾਰਾਂ ਸਾਲ ਲੱਗਦੇ ਅਤੇ ਫਿਰ ਉਹ ਬ੍ਰੇਕਅਪ ਹੁੰਦੀ ਅਤੇ ਫਿਰ ਸੋਇਲ ਇੱਕ ਬਣਦੀ ਹੈ, ਛੋਟੀ ਜਿੰਨੀ ਸੋਇਲ ਬਣਦੀ ਹੈ। ਸੋ ਨੈਕਸਟ ਇਜ਼ ਦ ਸਰਫੇਸ ਸਟਾਰਟਡ ਟੂ ਬ੍ਰੇਕ ਬਿਕੋਜ਼ ਆਫ ਦਾ। ਸਰਫੇਸ ਜਿਹੜਾ ਅਰਥ ਦਾ ਸਰਫੇਸ ਆ, ਜਿਹੜੀ ਧਰਤੀ ਆ, ਉਹ ਕਿੱਦਾਂ ਬ੍ਰੇਕ ਹੋਣੀ ਸ਼ੁਰੂ ਹੋਈ? ਵਿਦ ਦਾ ਨੈਚੁਰਲ ਫੋਰਸਿਸ। ਨੈਚੁਰਲ ਫੋਰਸਿਸ ਕਿਹੜੇ ਆ? ਸਨ, ਵਿੰਡ ਐਂਡ ਰੇਨ। ਸਨ, ਵਿੰਡ ਐਂਡ ਰੇਨ ਦੇ ਨਾਲ ਉਹ ਕੀ ਆ? ਅਰਥ ਸਰਫੇਸ ਜਿਹੜੀ ਆ ਉਹ ਬ੍ਰੇਕ ਹੋਣੀ ਸ਼ੁਰੂ ਹੋ ਗਈ। ਠੀਕ ਹੈ, ਸੋ ਨੈਕਸਟ ਕੁਐਸਚਨ ਇਜ਼ ਸਮੋਲ ਰੌਕ ਪੀਸਿਸ। ਜਿਹੜੇ ਸਮੋਲ ਰੌਕ ਪੀਸਿਸ ਨੇ ਮਿਕਸਡ ਵਿਦ ਦ ਰਿਮੇਨਸ ਆਫ। ਛੋਟੇ ਛੋਟੇ ਪੀਸ ਜਿਹੜੇ ਰੌਕਸ ਦੇ ਨੇ, ਪੱਥਰ ਦੇ ਜਿਹੜੇ ਛੋਟੇ ਛੋਟੇ ਪੀਸ ਨੇ, ਉਹਦੇ ਨਾਲ ਕੀ ਮਿਕਸਅਪ ਹੁੰਦਾ? ਉਹਦੇ ਨਾਲ ਹੋਰ ਕੀ ਮਿਕਸ ਹੁੰਦਾ ਹੈ? ਕਿਹੜੇ ਰਿਮੇਨਸ ਜਿਹੜੇ ਆ, ਜਿਹੜੀ ਰਹਿੰਦ ਖੂੰਹਦ ਆ ਉਹ ਮਿਕਸ ਹੁੰਦੀ ਆ ਉਹਨਾਂ ਪੱਥਰਾਂ ਦੇ ਨਾਲ? ਦੈਟ ਇਜ਼ ਡੈਡ ਪਲਾਂਟਸ ਐਂਡ ਐਨੀਮਲਸ। ਬੜੀ ਵਾਰ ਕਰਵਾਇਆ ਬੱਚੇ ਕੁਐਸਚਨ ਮੈਂ ਕਿ ਬ੍ਰੇਕਿੰਗ ਰੌਕਸ ਜਿਹੜੇ ਆ, ਸਮੋਲ ਰੌਕਸ ਜਿਹੜੇ ਆ, ਸੋਇਲ ਜਦੋਂ ਬਣਦੀ ਆ ਉਹਦੇ ਨਾਲ ਛੋਟੇ ਛੋਟੇ ਜਿਹੜੇ ਪੀਸ ਹੁੰਦੇ ਆ ਪੱਥਰਾਂ ਦੇ, ਉਹਨਾਂ ਦੇ ਨਾਲ ਹਿਊਮਸ ਵੀ ਕ੍ਰੀਏਟ ਹੁੰਦਾ। ਹਿਊਮਸ ਕੀ ਹੁੰਦਾ ਆ? ਜਿਹੜੇ ਡੈਡ ਪਲਾਂਟਸ ਐਂਡ ਐਨੀਮਲਸ ਹੁੰਦੇ ਆ। Now next is breaking up of rocks into smaller pieces by natural forces is known as। ਕਹਿੰਦੇ ਕਿ ਜਿਹੜੇ breaking of rocks ਹੈ
ठीक है, सबने सही किया सी क्वेश्चन। ये तुहाडी डिफाइन है कि ब्रेकिंग ऑफ रॉक्स इनटू स्मॉलर पीसिस दे विच जिहड़े रॉक्स कीते जांदे ने, टुटदे ने बाय नैचुरल फोर्सिस मतलब कुदरती साधना दे नाल जिहड़े रॉक्स ब्रेक हुंदे आ उहनूं कहने आ वैदरिंग। नैक्सट इज सॉयल कंटेन। सॉयल की कंटेन करती है बच्चे? सब तो पहला आप एक्टिविटी की है पैबल्स, ठीक है, दैन इज सैंड, दैन इज क्ले, दैन इज मडी वाटर एंड दैन ह्यूमस। ये चीज़ां जिहड़ियां ने इन्हां दे नाल जिहड़ी सॉयल है वो बनती है। नैक्सट इज ह्यूमस इज़ मेड अप ऑफ। ये मैं तुहानूं बहुत वारी दस चुकी हूँ, हुणे 2-3 वारी मैं रिपीट कर चुकी हूँ कि ह्यूमस जिहड़ा है कादा बनिया होया। इट इज़ मेड अप ऑफ डेड प्लांट्स एंड एनिमल्स। सो नैक्सट क्वेश्चन इज मैन्योर इज़ इज़ टू मेक सॉयल फर्टाइल। देखो जिहड़ा कौ डंग हुंदा आ ते जिहड़े रोटन लीव्स हुंदे आ उहदे नाल जिहड़ा आ वो एक खाद बन जाती आ। गोहा ते पत्ते जिहड़े हुंदे आ वो आपस में जो मिक्स करते हैं तो उन्होंने जो वो जी आप सॉयल नूं पाने आ, जिथे भी जिथे पौधा नहीं उगता उन्होंने वो चीज़ पाने आ, खाद पाने आ, कौ डंग ते रोटन लीव्स पाने आ, तो उहदे नाल की हुंदा है कि वो जिहड़ा प्लांट जिहड़ा आ वो उगना शुरू हो जाता है। दैट मीनस वो उन्हां नूं न्यूट्रीएंट्स जिहड़े आ वो बहुत वधिया मिलदे आ, जिहदे नाल वो जिहड़ा आ जिहड़ी खाद जिहड़ी उन्हां नूं चीज़ चाहिदी हुंदी आ वो प्रॉपर मिलती है, तो उहदे नाल प्लांट जिहड़ा आ वो उगना शुरू हो जाता है। नैक्सट इज ह्यूमस प्रोवाइड। ह्यूमस की प्रोवाइड करता है सॉयल नूं? ह्यूमस करता है प्रोवाइड न्यूट्रीएंट्स का मतलब जिहड़े डेड प्लांट्स एंड एनिमल्स ने वो न्यूट्रीएंट्स जिहड़े सॉयल दे विच प्रोवाइड हुंदे ने, जिहड़ा अर्थवॉर्म खांदा आ। सो नैक्सट क्वेश्चन इज सैंडी इज इन डैश कलर। सैंड जिहड़ी सैंड सॉयल आ, सैंडी सॉयल आ वो ब्राउन कलर की भी हुंदी है तो बच्चे ग्रे कलर की भी हुंदी आ। नैक्सट इज तुसीं वेखी भी होनी आ जिहड़ी सॉयल है वो ब्राउन कलर की भी हुंदी आ ते ग्रे कलर की भी हुंदी आ। नो नैक्सट इज yes, I was here. Humus made up of this one and manure makes the soil fertile. Next is humus provide nutrients to the soil. ये भी मैं तुहानूं दस दिता है। Next sandy soil brown and grey color दी हुंदी आ। Next is humus is in dash color. Humus किहड़े कलर च हुंदा आ? ह्यूमस बच्चे या तो वो डार्क ब्लैक होएगा या वो डार्क ब्राउन होएगा, दोवें चीज़ां नहीं हुंदियां सेम। डार्क ब्लैक भी नहीं हुंदा ते डार्क ब्राउन भी नहीं हुंदा, दोवें चीज़ां इकट्ठियां नहीं हुंदियां। जां वो डार्क ब्लैक होएगा, ब्लैक कलर का होएगा ह्यूमस, जां फिर डार्क ब्राउन कलर का होएगा। सो और आना सी डार्क ब्लैक और ब्राउन। देखो ब्लैक दे विच ब्राउन कलर नहीं दिसदा, सो दैट्स वाई जां तो डार्क ब्लैक होएगा जां वो डार्क ब्राउन कलर का होएगा की ह्यूमस। सो नैक्सट इज सॉयल कंटेन्स। सॉयल की कंटेन करती है? लिविंग ऑर्गेनिजम्स। लिविंग ऑर्गेनिजम्स मतलब कि निक्के निक्के जिहड़े एनिमल्स ने, इंसैक्ट्स ने, ये सारे चीज़ां पैदा होंदियां ने। उहदे विच वाटर हुंदा ते एयर भी हुंदा। सो दैट मीनस सॉयल दे विच सारियां चीज़ां जिहड़ियां ने वो प्रेजेंट होंदियां ने। डू अर्थवॉर्म नीड टू कम अप फॉर एयर। अर्थवॉर्म जिहड़े आ उन्हां नूं एयर हवा लैण वास्ते उपर आउणा पैंदा आ? नो। क्यों नहीं आउणा पैंदा? क्योंकि सॉयल दे विच ऑलरेडी एयर हुंदी आ। आपां ये एक्टिविटी कीती हुई आ कि सॉयल दे विच जिहड़ी आ वो एयर हुंदी आ, ठीक है। तो सो दैट्स वाई अर्थवॉर्म जिहड़ा आ वो सॉयल दे विचों ही एयर लैंदा आ, बाहर नहीं आउंदा। नैक्सट इज क्लेई सॉयल इज इन विच कलर? क्लेई सॉयल इज इन ब्लैक कलर बच्चे, ठीक है। तो लूमी सॉयल इज रिच इन वाटर एंड एयर। क्यों? क्योंकि लूमी सॉयल जिहड़ी आ उहदे विच बराबर मात्रा विच हर चीज़ हुंदी आ और वो सब तो ज़्यादा हुंदी आ। वो ज़्यादा उहदे च पानी हुंदा है, ज़्यादा उहदे च एयर हुंदी आ, ठीक है। गुड फॉर ग्रोइंग क्रॉप्स हुंदी आ। सो दैट्स वाई लूमी सॉयल जिहड़ी आ that is good for the soil because it is rich in air and water. Next is clay soil has fine particles that stick together. मतलब कि clay soil दे विच fine particles हुंदे ने, fine grains हुंदे ने। grains मतलब कि निक्के निक्के particles जिहड़े वो आपस विच जुड़े हुंदे ने, ठीक है।
ਜੇ ਤੁਸੀਂ ਕਦੀ ਕਲੇ ਫੜੀ ਹੋਏਗੀ, ਜਿਵੇਂ ਕਲੇ ਨਾਲ ਤੁਸੀਂ ਖੇਡਦੇ ਵੀ ਹੋ, ਉਹ ਤੁਸੀਂ ਦੇਖਿਆ ਹੋਣਾ ਕਿ ਉਹਦੇ ਵਿੱਚ ਕਿੰਨੇ ਫਾਈਨ ਪਾਰਟੀਕਲਸ ਹੁੰਦੇ ਨੇ ਕਿ ਤੁਹਾਨੂੰ ਦਿਸਦੇ ਵੀ ਨਹੀਂ ਆ ਔਰ ਆਪਸ ਵਿੱਚ ਨਾਲ ਜੁੜੇ ਆ, ਅਤੇ ਉਹ ਚਿਪ ਜਿਹੜੀ ਸਟਿੱਕੀ ਹੁੰਦੀ ਆ। ਤੁਸੀਂ ਖੇਡਦੇ ਹੋ ਉਹਦੇ ਨਾਲ, ਕਈ ਚੀਜ਼ਾਂ ਵੀ ਬਣਾਉਂਦੇ ਹੋ ਘਰ 'ਚ ਹੁੰਦੀਆਂ, ਤਕਰੀਬਨ ਸਭ ਕੋਲ ਕਲੇ ਹੁੰਦੀ ਹੈ ਘਰ 'ਚ ਖੇਡਣ ਵਾਸਤੇ। ਸੋ ਨੈਕਸਟ ਇਜ਼ ਲੂਮੀ ਸੋਇਲ ਹੈਜ਼ ਲੋਟ ਆਫ ਹਿਊਮਸ। ਯੈਸ, ਲੂਮੀ ਸੋਇਲ ਹੈਜ਼ ਲੋਟ ਆਫ ਹਿਊਮਸ। ਕਿਉਂ? ਕਿਉਂਕਿ ਇਹਦੇ ਵਿੱਚ ਲੋਟ ਆਫ ਹਿਊਮਸ ਹੁੰਦਾ, ਤਾਂ ਹੀ ਕਰਕੇ ਸੋਇਲ ਜਿਹੜੀ ਆ ਉਹ ਬਹੁਤ ਜ਼ਿਆਦਾ ਫਰਟਾਈਲ ਹੁੰਦੀ ਆ, ਕ੍ਰੌਪਸ ਜ਼ਿਆਦਾ ਹੁੰਦੀਆਂ ਨੇ, ਵਧੀਆ ਹੁੰਦੀਆਂ ਨੇ ਲੂਮੀ ਸੋਇਲ ਦੇ ਵਿੱਚ, ਕਿਉਂਕਿ ਉਹ 'ਚ ਹਿਊਮਸ ਜ਼ਿਆਦਾ ਹੁੰਦਾ ਹੈ, ਰਿਚ ਇਨ ਏਅਰ ਐਂਡ ਵਾਟਰ ਹੁੰਦੀ ਆ। नो नेक्स्ट इज सैंडी सॉयल। सैंडी सॉयल सीप्स वाटर क्विकली, मतलब कि बहुत जल्दी पानी पी लेंदी है सैंडी सॉयल। ठीक है, ਉਹਦੇ ਦਿੱਤਾ ਹੋਇਆ ਆਪਸ਼ਨ ਕਿ ਫਾਈਨ ਗ੍ਰੇਨਸ ਦੈਟ ਸਟਿਕ ਟੂਗੈਦਰ, ਉਹ ਕਲੇ ਸੋਇਲ ਦੇ ਹੁੰਦੇ ਆ। ਫਿਰ ਕਹਿੰਦੇ ਰਿਚ ਇਨ ਏਅਰ ਐਂਡ ਵਾਟਰ, ਇਹ ਲੂਮੀ ਸੋਇਲ ਹੁੰਦੀ ਆ। ਸੀਪਸ ਵਾਟਰ ਕਿਊਕਲੀ, ਯੈਸ ਇਹ ਸੈਂਡੀ ਸੋਇਲ ਹੈ ਕਿ ਉਹ ਵਾਟਰ ਜਿਹੜਾ ਆ ਉਹ ਜਲਦੀ ਪੀ ਲੈਂਦੀ ਆ। ਨਾਓ ਨੈਕਸਟ ਇਜ਼ soil is made up of dash particles. Soil is made up of different types of particles, different size of particles. देखो soil ਜਿਹੜੇ ਆ ਉਹਦੇ different particles ਹੁੰਦੇ ਆ, ਕੋਈ ਵੀ same particle ਨਹੀਂ ਹੁੰਦਾ, ਕੋਈ ਵੀ same size ਨਹੀਂ ਹੁੰਦਾ। ਫਿਰ next is different plants grow in different kinds of soil. Yes, different kinds of plants ਜਿਹੜੇ ਮਤਲਬ ਕਿ different kinds of plants ਜਿਹੜੇ ਆ ਵੱਖਰੇ ਵੱਖਰੇ ਜਿਹੜੇ ਪਲਾਂਟਸ ਆ, ਵੱਖਰੇ ਵੱਖਰੇ ਪੌਦੇ ਜਿਹੜੇ ਵੱਖਰੀ ਵੱਖਰੀ ਮਿੱਟੀ ਦੇ ਵਿੱਚ ਉਤਪੰਨ ਹੁੰਦੇ ਆ, ਜਿੱਦਾਂ ਪੈਦਾ ਹੁੰਦੇ ਆ। ਜਿੱਦਾਂ ਮਤਲਬ ਕਿ ਕੈਕਟਸ ਪਲਾਂਟ ਆ ਉਹ ਡੈਜ਼ਰਟ ਵਿੱਚ ਪੈਦਾ ਹੁੰਦਾ ਆ, ਕਣਕ ਝੋਨਾ ਮੱਕੀ ਇਹ ਸਾਰੇ ਲੂਮੀ ਸੋਇਲ ਦੇ ਵਿੱਚ ਪੈਦਾ ਹੁੰਦੇ ਆ। ਸੋ ਹਰ ਇੱਕ ਸੋਇਲ ਜਿਹੜੀ ਆ ਉਹ ਵੱਖੋ ਵੱਖਰੀ ਹਰ ਇੱਕ ਦਾ ਵਿੱਚ ਪਲਾਂਟ ਉਗਦੇ ਆ। ਨੈਕਸਟ ਇਜ਼ ਵਿਚ ਥਿੰਗ ਇਜ਼ ਯੂਜ਼ ਟੂ ਮੇਕ ਮੈਨੂਅਰ। ਕਿਹੜੀ ਚੀਜ਼ ਜਿਹੜੀ ਆ ਉਹ ਮੈਨੂਅਰ ਯੂਜ਼ ਕੀਤੀ ਜਾਂਦੀ ਆ, ਉਹਦੇ ਵਿੱਚ ਮੈਨੂਅਰ ਯੂਜ਼ ਕੀਤੀ ਜਾਂਦੀ ਹੈ, ਦੈਟ ਇਜ਼ ਕੌ ਡੰਗ ਐਂਡ ਲੀਵਸ। ਇਹ ਮੈਂ ਆਲਰੇਡੀ ਕੀਤਾ ਹੋਇਆ, ਤੁਹਾਨੂੰ ਦੱਸ ਦਿੱਤਾ ਆ ਕਿ ਮੈਨੂਅਰ ਵਿੱਚ ਕੌ ਡੰਗ ਅਤੇ ਲੀਵਸ ਹੁੰਦੇ ਆ। नो नेक्स्ट इज लूमी सॉयल इज आल्सो नोन एज, लूमी सॉयल जी उन्होंने की कहा जाता होर गुड फॉर ग्रोइंग क्रॉप्स। यस, गुड आ ग्रोइंग फॉर क्रॉप्स। आइडियल, आइडियल का मतलब भी गुड होंदा है कि बहुत वधिया सॉयल है कि उहदे विच डिफरेंट टाइप्स ऑफ क्रॉप्स उगदियां ने। नो नेक्स्ट इज मेन सपोर्ट ऑफ द प्लांट इज, मेन सपोर्ट मतलब कि सब तो मेन सपोर्ट किहड़ी है प्लांट की, जिहदे नाल प्लांट खड़ा आ, दैट इज स्टैम। स्टैम ਦੇ ਨਾਲ ਜਿਹੜਾ ਆ ਉਹ ਪਲਾਂਟ ਖੜਾ ਆ, ਦੈਟਸ ਵਾਈ ਇਟ ਇਜ਼ ਦ ਮੇਨ ਸਪੋਰਟ ਆਫ ਦ ਪਲਾਂਟ। ਨੈਕਸਟ ਇਜ਼ ਲੀਵਸ ਪ੍ਰਪੇਅਰ ਫੂਡ ਫॉर द ਪਲਾਂਟ ਵਿਦ ਦ ਹੈਲਪ ਆਫ, ਲੀਵਸ ਜਿਹੜੇ ਆ ਉਹ ਫੂਡ ਪ੍ਰਪੇਅਰ ਕਰਦੇ ਆ ਕਿਸ ਦੀ ਹੈਲਪ ਨਾਲ? ਠੀਕ ਹੈ, ਏਅਰ ਵਾਟਰ ਐਂਡ ਸਨਲਾਈਟ ਦੀ ਹੈਲਪ ਨਾਲ। ਵਾਟਰ ਮਿਲਦਾ ਜੜ੍ਹਾਂ ਨੂੰ, ਏਅਰ ਮਿਲਦੀ ਹੈ ਪੱਤਿਆਂ ਨੂੰ, ਸਨਲਾਈਟ ਮਿਲਦੀ ਹੈ ਪੱਤਿਆਂ ਨੂੰ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਮਿਕਸ ਹੁੰਦੀਆਂ ਨੇ ਫਿਰ ਉਹ ਪੱਤੇ ਜਿਹੜੇ ਆ ਜਿਨ੍ਹਾਂ ਨੂੰ ਆਪਾਂ ਕਿਚਨਸ ਵੀ ਕਹਿੰਦੇ ਆ, ਠੀਕ ਹੈ, ਜਿਹੜੇ ਆ ਲੀਵਸ ਨੇ ਉਹ ਕਿਚਨਸ ਵੀ ਨੇ ਪਲਾਂਟ ਦੇ। ਕਿਉਂ? ਕਿਉਂਕਿ ਉਹ ਪ੍ਰਪੇਅਰ ਕਰਦੇ ਆ ਫੂਡ। ਉਹ ਜਿਹੜਾ ਫੂਡ ਪ੍ਰਪੇਅਰ ਕਰਦੇ ਆ ਉਹਨੂੰ ਕੀ ਬੋਲਦੇ ਆ? ਫੋਟੋਸਿੰਥੈਸਿਸ। ਠੀਕ ਹੈ, ਫੋਟੋਸਿੰਥੈਸਿਸ ਉਹਨੂੰ ਬੋਲਿਆ ਜਾਂਦਾ ਆ। ਨੈਕਸਟ ਇਜ਼ ਫੂਡ ਫਰੂਟਸ ਪ੍ਰੋਟੈਕਟ। ਫਰੂਟਸ ਕਿਹਨੂੰ ਪ੍ਰੋਟੈਕਟ ਕਰਦੇ? ਫਰੂਟਸ ਵਿੱਚ ਕਿਹੜੀ ਚੀਜ਼ ਹੁੰਦੀ ਹੈ? ਫਰੂਟਸ ਵਿੱਚ ਬੱਚੇ ਸੀਡਸ ਹੁੰਦੇ ਆ, ਦੈਟ ਯੂ ਆਲ ਨੋ ਕਿ ਫਰੂਟਸ ਦੇ ਵਿੱਚ ਸੀਡਸ ਹੁੰਦੇ ਆ। ਸੋ ਨੈਕਸਟ ਇਜ਼ ਬ੍ਰੌਡ ਪਾਰਟ ਆਫ ਦ ਲੀਵਸ ਇਜ਼ ਨੋਨ ਐਜ਼, ਬ੍ਰੌਡ ਪਾਰਟ ਜਿਹੜਾ ਲੀਫ ਦਾ ਹੁੰਦਾ ਹੈ ਉਹਨੂੰ ਕੀ ਕਹਿੰਦੇ ਆ? ਲੈਮੀਨਾ ਅਤੇ ਲੀਫ ਬਲੇਡ ਬੋਥ ਬੋਲੀਦਾ ਆ। ਠੀਕ ਹੈ, ਉਹਨੂੰ ਲੈਮੀਨਾ ਵੀ ਕਹਿੰਦੇ ਆ। ਬ੍ਰੌਡ ਪਾਰਟ ਜਿਹੜਾ ਲੀਫ ਦਾ ਹੁੰਦਾ ਉਹਨੂੰ ਲੈਮੀਨਾ ਵੀ ਬੋਲੀਦਾ ਅਤੇ ਲੀਫ ਬਲੇਡ ਵੀ ਕਹੀਦਾ ਆ। ਨੈਕਸਟ ਇਜ਼ ਸੈਂਟਰਲ ਲਾਈਨ ਆਫ ਇਜ਼ ਨੋਨ ਐਜ਼, ਸੈਂਟਰਲ ਲਾਈਨ ਆਫ ਲੀਫ ਇਜ਼ ਨੋਨ ਐਜ਼ ਮਿਡ ਰਿਬ ਐਂਡ ਮਿਡ ਵੇਨ। ਜਿਹੜੀ ਲੀਫ ਦੀ ਜਿਹੜੀ ਵਿਚਕਾਰ ਵਾਲੀ ਲਾਈਨ ਹੁੰਦੀ ਆ ਉਹਨੂੰ ਮਿਡ ਰਿਬ ਕਹਿੰਦੇ ਆ ਜਾਂ ਮਿਡ ਵੇਨ ਕਹਿੰਦੇ ਆ। ਸੋ ਨੈਕਸਟ ਇਜ਼ ਹਾਊ ਦ ਬੇਬੀ ਪਲਾਂਟ ਗਰੋਸ ਇਨਟੂ ਅ ਨਿਊ ਪਲਾਂਟ। ਬੇਬੀ ਪਲਾਂਟ ਜਿਹੜਾ ਆ ਉਹ ਕਿੱਦਾਂ ਗਰੋ ਕਰਦਾ ਆ ਨਿਊ ਪਲਾਂਟ ਦੇ ਵਿੱਚ? ਜਦੋਂ ਉਹਨੂੰ ਇਨਫ ਵਾਟਰ, ਜਿਹੜਾ ਸੀਡ ਜਿਹੜਾ ਬੀਜ ਬੀਜਿਆ ਨਾ ਆਪਾਂ, ਉਹਨੂੰ ਪਾਣੀ, ਹਵਾ ਅਤੇ ਜਿਹੜੀ ਸਨਲਾਈਟ ਹੈ, ਜਦੋਂ ਤਿੰਨੇ ਚੀਜ਼ਾਂ ਉਹਨੂੰ ਪ੍ਰੋਪਰ ਮਿਲਦੀਆਂ ਨਾ ਉਦੋਂ ਉਹ ਜਿਹੜਾ ਬੇਬੀ ਪਲਾਂਟ ਆ ਉਹ ਉੱਗ ਜਾਂਦਾ ਆ ਅਤੇ ਵੱਡਾ ਪਲਾਂਟ ਬਣ ਜਾਂਦਾ ਆ। ਨੈਕਸਟ ਇਜ਼ ਬੋਟਮ ਪਾਰਟ ਆਫ ਦ ਮਿਡ ਵੇਨ ਇਜ਼ ਨੋਨ ਐਜ਼, ਬੋਟਮ ਪਾਰਟ ਮਤਲਬ ਕਿ ਜਿਹੜਾ ਉਹਦਾ ਸਭ ਤੋਂ ਨੀਚੇ ਵਾਲਾ ਹਿੱਸਾ ਹੁੰਦਾ ਪੱਤੇ ਦਾ। ਜਦੋਂ ਆਪਾਂ ਪੱਤਾ ਫੜਦੇ ਹਾਂ ਅਤੇ ਪੱਤਾ ਫੜ ਕੇ ਅਤੇ ਆਪਾਂ ਕੀ ਦੇਖਦੇ ਹਾਂ ਕਿ ਉਹਨੂੰ ਡੰਡੀ ਨੂੰ ਘੁਮਾਉਂਦੇ ਹਾਂ, ਉਹ ਜਿਹੜੀ ਪੱਤੇ ਦੀ ਡੰਡੀ ਹੁੰਦੀ ਆ ਉਹਨੂੰ ਤੋੜ ਕੇ ਆਪਾਂ ਜਦੋਂ ਘੁਮਾਉਂਦੇ ਹਾਂ ਅਤੇ ਉਹ ਜਿਹੜੀ ਡੰਡੀ ਉਹਨੂੰ ਕੀ ਕਹਿੰਦੇ ਆ? ਉਹਨੂੰ ਬੋਲਦੇ ਆ ਸਟੈਕ। ਠੀਕ ਹੈ, ਜਿਹੜੀ ਨੀਚੇ ਵਾਲੀ ਡੰਡੀ ਹੁੰਦੀ ਆ ਪੱਤੇ ਦੀ ਉਹਨੂੰ ਬੋਲਦੇ ਆ ਸਟੈਕ। ਸੋ
ਜਿਹੜੇ ਬੋਟਮ ਪਾਰਟ ਆ ਲੀਫ ਦਾ ਉਹਨੂੰ ਕੀ ਬੋਲਦੇ ਆ? ਸਟੈਕ। ਜਿਹੜਾ ਸਭ ਤੋਂ ਉੱਪਰ ਹੁੰਦਾ ਆ, ਜਿਹੜੀ ਚੁੰਝ ਜੀ ਬਾਹਰ ਨਿਕਲੀ ਹੁੰਦੀ ਆ ਪੱਤੇ ਦੀ, ਉਹਨੂੰ ਬੋਲਦੇ ਆ ਲੀਫ ਟਿਪ। ਸੋ ਨੈਕਸਟ ਇਜ਼ ਲੀਵਸ ਟੇਕ ਇਨ ਏਅਰ ਥਰੂ। ਲੀਵਸ ਕਿੱਦਾਂ ਮਤਲਬ ਕਿ ਸਾਹ ਲੈਂਦੇ ਆ? ਹਾਊ ਦੇ ਟੇਕ ਏਅਰ? ਵਿਦ ਦ ਸਟੋਮੇਟਾ, ਵਿਦ ਦ ਹੈਲਪ ਆਫ ਸਟੋਮੇਟਾ। ਸਟੋਮੇਟਾ ਦੀ ਹੈਲਪ ਦੇ ਨਾਲ ਉਹ ਸਾਹ ਲੈਂਦੇ ਆ, ਠੀਕ ਹੈ। ਔਰ ਸਟੋਮੇਟਾ ਕਿੱਥੇ ਪ੍ਰੈਜੈਂਟ ਹੈ? ਇਨ ਦਾ ਲੋਅਰ ਪਾਰਟ। ਜਿਹੜਾ ਪੱਤੇ ਦਾ ਲੋਅਰ ਪਾਰਟ ਹੁੰਦਾ ਨਾ ਉਹਦੇ ਵਿੱਚ ਪ੍ਰੈਜੈਂਟ ਹੁੰਦਾ। ਜਿੱਥੇ ਸਟੈਕ ਹੁੰਦਾ ਨਾ, ਸਟੈਕ ਤੋਂ ਥੋੜ੍ਹਾ ਉੱਪਰ ਜਿਹੜਾ ਨਾ ਉੱਥੇ ਸਟੋਮੇਟਾ ਪ੍ਰੈਜੈਂਟ ਹੁੰਦਾ ਹੈ ਬੱਚੇ। ਨੈਕਸਟ ਇਜ਼ ਲੀਵਸ ਆਫ ਮੋਸਟ ਪਲਾਂਟਸ ਆਰ ਇਨ। ਜ਼ਿਆਦਾਤਰ ਜਿਹੜੇ ਲੀਵਸ ਨੇ ਉਹਨਾਂ ਦੇ ਪੱਤੇ ਕਿਸ ਤਰ੍ਹਾਂ ਦੇ ਹੁੰਦੇ ਨੇ? ਜ਼ਿਆਦਾਤਰ ਜਿਹੜੇ ਪਲਾਂਟਸ ਨੇ ਉਹਨਾਂ ਦੇ ਪੱਤੇ ਕਿਸ ਤਰ੍ਹਾਂ ਦੇ ਹੁੰਦੇ ਨੇ? ਗ੍ਰੀਨ ਕਲਰ ਦੇ ਜਾਂ ਔਰੇਂਜ ਕਲਰ ਦੇ? ਆਪਾਂ ਔਰੇਂਜ ਕਲਰ ਤੇ ਬਹੁਤ ਘੱਟ ਦੇਖਿਆ, ਸੋ ਆਪਾਂ ਚਾਰ ਚੁਫੇਰੇ ਕੀ ਦੇਖਦੇ ਹਾਂ? ਗ੍ਰੀਨ ਕਲਰ। ਸੋ ਦੈਟਸ ਵਾਈ ਮੋਸਟ ਪਲਾਂਟਸ, ਜਿਹੜੇ ਜ਼ਿਆਦਾਤਰ ਜਿਹੜੇ ਪਲਾਂਟਸ ਨੇ ਉਹਨਾਂ ਦੇ ਜਿਹੜੇ ਪੱਤੇ ਨੇ ਉਹ ਗ੍ਰੀਨ ਕਲਰ ਦੇ ਹੀ ਹੁੰਦੇ ਆ। ਨੈਕਸਟ ਇਜ਼ ਸਮ ਪਲਾਂਟਸ ਹੈਵ ਡੈਸ਼ ਲੀਵਸ ਵਾਈਲ ਅਦਰਸ ਹੈਵ ਡੈਸ਼। ਮਤਲਬ ਕਿ ਕੁਛ ਪਲਾਂਟਸ ਜਿਹੜੇ ਆ ਉਹਨਾਂ ਦੇ ਪੱਤੇ ਜਿਹੜੇ ਆ ਉਹ ਕੀ ਹੁੰਦੇ ਨੇ ਤੇ ਕੁਛ ਦੇ ਕਿੱਦਾਂ ਦੇ ਹੁੰਦੇ ਨੇ? ਕੁਛ ਦੇ ਬਲੈਕ ਗ੍ਰੀਨ। ਨੋ, ਬਲੈਕ ਗ੍ਰੀਨ ਤੇ ਲੀਵਸ ਹੁੰਦੇ ਹੀ ਨਹੀਂ ਪੁੱਤ। ਬਲੈਕ ਤੇ ਹੁੰਦੇ ਨਹੀਂ, ਬਲੈਕ ਹੁੰਦੇ ਵੀ ਹੋਣਗੇ ਤੇ ਮੈਨੂੰ ਪਤਾ ਨਹੀਂ ਵੈਸੇ। ਔਰੇਂਜ ਤੇ ਗੋਲਡਨ। ਔਰੇਂਜ ਤੇ ਗੋਲਡਨ, ਜ਼ਿਆਦਾਤਰ ਪਲਾਂਟਸ ਦੇ ਔਰੇਂਜ ਗੋਲਡਨ ਹੋ ਜਾਣਗੇ ਤੇ ਫਿਰ ਗ੍ਰੀਨ ਕਿੱਧਰ ਗਿਆ? ਠੀਕ ਹੈ। ਸੋ ਇਸ ਕਰਕੇ ਕੀ ਆਏਗਾ? ਬਿਗ ਐਂਡ ਸਮॉल। मतलब कि सम प्लांट्स हैव बिग लीव्स एंड सम हैव स्मॉल प्लांट्स। देखो जे इत्थे लिखिया हुंदा ऑरेंज एंड ग्रीन, फिर तुसीं वो कर सकदे सी कि सम प्लांट्स हैव ग्रीन लीव्स वाइल अदर्स हैव ऑरेंज, ये कर सकदे सी। पर इत्थे मैं लिखिया ब्लैक एंड ग्रीन। ब्लैक कलर का पत्ता जिहड़ा आ वो बहुत रेयर होएगा, जिहड़ा सड़ गल जाएगा वो होएगा। बाकी ग्रीन कलर तुसीं वेखदे हो, बिग एंड समॉल वड्डा ते छोटा, पत्ते वड्डे छोटे हुंदे ने। ऑरेंज एंड गोल्डन। ऑरेंज एंड गोल्डन का मतलब होया कि कुछ पत्ते ऑरेंज कलर दे ने, कुछ पत्ते गोल्डन कलर दे ने, ते फिर ग्रीन कलर कित्थे गया? सो दैट्स वाई इट विल कम बिग एंड समॉल। नैक्सट इज रूट्स। रूट्स ग्रो। रूट्स किद्दां ग्रो करदी है? रूट्स कित्थे ग्रो करदी हैं? दैट यू ऑल नो। रूट्स ग्रो बिलो द ग्राउंड। न्यूमरस रूट्स आर, मतलब कि बहुत सारिया रूट्स किदियां होंदियां ने? फाइबरस रूट, दैट यू शुड आल्सो नो। दैन ट्रंक हैव। ट्रंक जिहड़ा आ, ट्रंक की हुंदा है? ट्रंक बच्चे वो हुंदा आ जिहदी जिहड़ी स्टैम आ वो बहुत हार्ड है, वुडी आ ते थिक आ। एक ट्रंक हुंदा है हाथी दी सुंड, ठीक है। दूसरा ट्रंक है जिहड़ी बहुत वड्डा ट्री आ ओहदी स्टैम। बहुत वड्डे ट्री दी जिहड़ी स्टैम हुंदी आ, जिद्दां मैंगो ट्री आ, मैंगो ट्री की जी स्टैम आ उन्होंने कहांगे हार्ड, वुडी एंड थिक, मतलब कि सख्त है, लकड़ वाली आ ते मोटी आ। सो दिस कम्स ट्रंक हैव हार्ड, वुडी एंड थिक स्टैम। क्रीपर्स एंड क्लाइंबर्स हैव। क्रीपर्स जिहड़े आ, क्रीपर्स हुंदे जिहड़े ग्राउंड दे नाल तुरदे आ, ते क्लाइंबर्स हुंदे जिहड़े उप्पर नूं चढ़दे आ, ठीक है, जिन्हां दी वेलां नूं सपोर्ट मिलदी आ ते सपोर्ट दे नाल ओह उप्पर नूं चढ़दे आ। सो क्रीपर्स एंड क्लाइंबर्स बोथ हैव सेम सिमिलैरिटी। इक्को जी सिमिलैरिटी उन्हां दी, ठीक है, मतलब कि इक्को जिहियां चीज़ां ने कि दोवें जड़ियां वीक ने ते थिन ने। सो दैट्स वाई इट विल कम बोथ दी अबव कि दोवें चीज़ां सेम ने। क्रीपर्स भी थिन ते वीक ने, क्लाइंबर्स भी थिन ते वीक ने। सो इस करके इहदे विच बोथ दा अबव आना सी। सेम सिमिलैरिटी का मतलब होंदा है कि इक्को जिहियां चीज़ां ने, मतलब कि इक्को जिहे उन्हां दे गुण, इक्को जी उन्हां दी डिफरेंस आ। डिफरेंस जिहड़ा आ इक्को जिहा आ, वो भी थिन एंड वीक है, वो भी थिन एंड वीक है। सो दिस इज़ कॉल्ड अ सिमिलैरिटी। रूट्स कहते हैं कि रूट्स स्टोर फूड। रूट्स जिहड़े आ फूड स्टोर करते हैं। नैवर ग्रो करते हैं, डू नॉट नीड सनलाइट। जे रूट्स नूं सनलाइट नहीं मिलेगी तो किद्दां ग्रो करनगे? नैवर ग्रो मतलब कभी भी ग्रो नहीं करनगे। स्टोर फूड ये आ सकता है क्योंकि ग्रो तो होंदियां ही होंदियां ने रूट्स। स्टोर फूड जिहड़ा स्टोर करते हैं, रूट्स जिहड़ियां फूड स्टोर करते हैं, जिद्दां टर्निप आ, ठीक है, बीट फ्रूट आ, रेडिश आ, कैरेट आ, दीज स्टोर फूड। दैन इज हिबिस्कस प्लांट। हिबिस्कस प्लांट जिहड़ा आ ये बच्चे मैं तुहानूं बड़ी बार दस्सिया होया आ कि हिबिस्कस प्लांट जिहड़ा आ ये एग्जाम्पल है शर्ब्स की। रोज प्लांट भी शर्ब्स की एग्जाम्पल है, पेपर विच आ सकती है। नैक्सट इज
ਬਨੀਅਨ ਟਰੀ ਹੈਵ ਡੈਸ਼। ਬਨੀਅਨ ਟਰੀ ਵੀ ਜਿੱਦਾਂ ਮੈਂਗੋ ਟਰੀ ਹੈ ਇਸ ਤਰ੍ਹਾਂ ਦਾ ਹੀ ਬਨੀਅਨ ਟਰੀ ਹੈ। ਬਨੀਅਨ ਟਰੀ ਦੀ ਵੀ ਥਿਕ ਹਾਰਡ ਐਂਡ ਵੁਡੀ ਸਟੈਮ ਹੁੰਦੀ ਹੈ ਬੱਚੇ। ਨੈਕਸਟ ਇਜ਼ ਪੰਪਕਿਨ ਇਜ਼ ਦਾ ਐਗਜ਼ਾਮਪਲ ਆਫ। ਪੰਪਕਿਨ ਹੁੰਦਾ ਹੈ ਜਿਹੜਾ ਬਹੁਤ ਵੱਡਾ ਹੁੰਦਾ ਆ, ਹੈ ਨਾ, ਜਿਹੜਾ ਜਿੱਦਾਂ ਤਰਬੂਜ ਹੁੰਦਾ ਨਾ ਉੱਦਾਂ ਦਾ ਪੰਪਕਿਨ ਹੁੰਦਾ ਆ। ਸੋ ਪੰਪਕਿਨ ਜਿਹੜੇ ਆ ਉਹ ਕਾਹਦੇ 'ਤੇ ਲੱਗਦੇ ਆ? ਕਰੀਪਰਸ 'ਤੇ। ਕਰੀਪਰਸ ਹੁੰਦੇ ਜਿਹੜੇ ਗਰਾਊਂਡ ਦੇ ਨਾਲ ਚੱਲਦੀਆਂ ਵੇਲਾਂ, ਠੀਕ ਹੈ, ਉਹਨਾਂ ਨੂੰ ਲੱਗਦੇ ਆ। ਅਤੇ ਜੇ ਤਾਂ ਉਹ ਕਲਾਈਂਬਰਸ 'ਤੇ ਲੱਗ ਜਾਣ, ਜੇ ਸਪੋਜ਼ ਕਰੋ ਆਪਾਂ ਕਲਾਈਂਬਰਸ 'ਤੇ ਆਪਾਂ ਕਹੀਏ ਕਿ ਕਲਾਈਂਬਰਸ 'ਤੇ ਹੁੰਦੇ ਆ, ਜੇ ਉਹ ਕਲਾਈਂਬਰਸ 'ਤੇ ਹੋ ਜਾਣ ਫਿਰ ਤਾਂ ਇੱਕ ਜ਼ੋਰ ਦੀ ਮਤਲਬ ਕਿ ਸਿਰ 'ਤੇ ਵੱਜੂਗਾ ਅਤੇ ਸਿਰ ਪਾਟੂਗਾ, ਠੀਕ ਹੈ, ਸਿਰ ਸੱਟ ਲੱਗੂਗੀ ਸਿਰ 'ਤੇ। ਸੋ ਦੈਟਸ ਵਾਈ ਵਾਟ ਇਜ਼ ਦੈਟ ਕਿ ਪੰਪਕਿਨ ਜਿਹੜੇ ਆ ਉਹ ਕਰੀਪਰਸ ਹੁੰਦੇ ਆ, ਉਹ ਥੱਲੇ ਹੀ ਵੇਲਾਂ ਜਿਹੜੀਆਂ ਨੇ ਗਰਾਊਂਡ ਦੇ ਨਾਲ ਹੀ ਚੱਲਦੀਆਂ ਨੇ। ਸੋ ਨੈਕਸਟ ਇਜ਼ ਬਿਟਰ ਗੋਰਡ ਇਜ਼ ਦਾ ਐਗਜ਼ਾਮਪਲ ਆਫ। ਬਿਟਰ ਗੋਰਡ ਕੀ ਹੁੰਦਾ ਬੱਚੇ? ਕਰੇਲਾ। ਕਰੇਲਾ ਜਿਹੜਾ ਆ ਬੱਚੇ, ਤੁਹਾਨੂੰ ਨਾਮ ਸਾਰੇ ਆਉਣੇ ਚਾਹੀਦੇ ਆ ਸਬਜ਼ੀਆਂ ਦੇ, ਤਾਂ ਜੋ ਤੁਹਾਨੂੰ ਕੋਈ ਮੁਸ਼ਕਿਲ ਨਾ ਹੋਵੇ ਪੇਪਰ ਵਿੱਚ। ਕੋਈ ਵੀ ਐਗਜ਼ਾਮਪਲ ਕਿਸ ਤਰ੍ਹਾਂ ਦੀ ਵੀ ਆ ਜਾਏ ਤੁਸੀਂ ਮੁਸ਼ਕਿਲ ਨਾ ਆਪਣਾ ਸੋਚੋ ਨਾ ਕਿ ਵੀ ਇਹ ਕਿੱਦਾਂ ਹੁੰਦੀ ਆ। ਸੋ ਥਿੰਕ ਅਬਾਊਟ ਦੈਟ ਪ੍ਰੋਪਰਲੀ ਕਿ ਵੀ ਬਿਟਰ ਗੋਰਡ ਜਿਹੜੀ ਆ, ਬਿਟਰ ਗੋਰਡ ਕਰੇਲਾ ਕਿਹਾ ਜਾਂਦਾ ਆ। ਗੋਰਡ ਇਕੱਲਾ ਜਿਹੜਾ ਹੁੰਦਾ ਆ ਉਹ ਘੀਆ ਹੁੰਦਾ ਆ, ਠੀਕ ਹੈ। ਸਨੇਕ ਗੋਰਡ ਜਿਹੜਾ ਹੁੰਦਾ ਆ ਉਹਨੂੰ ਆਪਾਂ ਪੜੋਲ ਕਹਿੰਦੇ ਆ। ਸੋ ਇਹਨਾਂ ਚੀਜ਼ਾਂ ਜਿਹੜੀਆਂ ਨਾ ਇਹਨਾਂ ਨੂੰ ਯਾਦ ਰੱਖਣਾ ਆ। ਗੋਡ ਜਿਹੜਾ ਆ ਉਹ ਵੀ ਕਲਾਈਂਬਰਸ ਹੁੰਦਾ ਆ, ਸਨੇਕ ਗੋਡ ਉਹ ਵੀ ਕਲਾਈਂਬਰਸ ਹੁੰਦਾ ਆ। ਸੋ ਦੀਜ਼ ਆਰ ਕਾਲਡ ਦ ਕਲਾਈਂਬਰਸ। ਜਿੰਨੇ ਵੀ ਗੋਡ ਹੈ ਉਹਦੇ ਅੱਗੇ ਜਿਹਦੇ ਪਿੱਛੇ ਵੀ ਗੋਡ ਲੱਗਦਾ, GOURD ਗੋਡ ਲੱਗਦਾ, ਉਹ ਕਲਾਈਂਬਰਸ ਨੇ, ਠੀਕ ਹੈ। ਬਾਕੀ ਪਤਾ ਨਹੀਂ ਮੈਨੂੰ, ਸ਼ਾਇਦ ਮੈਂ ਕਿਤੇ ਗਲਤੀ ਵੀ ਹੋਵੇ, ਕੋਈ ਇੱਕ ਅੱਧਾ ਇਹ ਨਾ ਹੋਵੇ ਕਿ ਕਰੀਪਰ ਹੀ ਹੋਵੇ, ਪਰ ਮੋਸਟਲੀ ਇਹ ਜਿਹੜੇ ਗਾਰਡ ਨੇ ਇਹ ਕਲਾਈਂਬਰਸ ਹੀ ਹੁੰਦੇ ਨੇ। ਜਿਹੜੀਆਂ ਲੌਕੀ ਹੁੰਦੀ ਆ ਉਹ ਵੀ ਵੇਲ, ਹੈ ਨਾ, ਉਹਦੀ ਸਪੋਰਟ ਨਾਲ ਚੱਲਦੀਆਂ ਨੇ। ਸੋ ਨੈਕਸਟ ਕਮਸ ਦਾ ਟੋਪਿਕ ਸਮ ਸਟੈਮ ਸਟੋਰ ਫੂਡ ਐਂਡ ਦੀਜ਼ ਆਰ ਈਟਨ ਬਾਏ ਅਸ। ਮਤਲਬ ਕਿ ਸਮ ਜਿਹੜੇ ਸਟੈਮਸ ਨੇ ਉਹ ਫੂਡ ਸਟੋਰ ਕਰਦੇ ਆ। ਫੂਡ ਸਟੋਰ ਮਤਲਬ ਕਿ ਸਟੋਰ ਕਰਦੇ ਆ ਫੂਡ, ਅਤੇ ਉਹ ਆਪਾਂ ਖਾਂਦੇ ਵੀ ਆ। ਆਪਾਂ ਖਾਂਦੇ ਆ, ਸਟੋਰ ਫੂਡ ਹੁੰਦਾ ਅਤੇ ਆਪਾਂ ਉਹਨੂੰ ਖਾਂਦੇ ਆ ਸਟੈਮਸ ਨੂੰ। ਕਿਹੜੇ ਸਟੈਮਸ ਹੁੰਦੀਆਂ ਨੇ? ਜਿਵੇਂ ਹੋ ਗਿਆ ਗੰਨਾ ਹੋ ਗਿਆ, ਠੀਕ ਹੈ, ਅਤੇ ਹੋਰ ਕੀ ਹੁੰਦੇ ਆ? ਅਦਰਕ ਹੋ ਗਿਆ। ਇਹ ਸਾਰੇ ਸਟੈਮਸ ਜਿਹੜੀਆਂ ਆਪਾਂ ਖਾਂਦੇ ਆ। ਨੈਕਸਟ ਇਜ਼ ਪੀਸ ਆਰ ਦਾ ਐਗਜ਼ਾਮਪਲ ਆਫ। ਪੀਸ ਮਤਲਬ ਮਟਰ। ਮਟਰ ਜਿਹੜੀ ਆ ਉਹ ਕਿਹਦੀ ਐਗਜ਼ਾਮਪਲ ਹੈ? ਕਲਾਈਂਬਰਸ ਦੀ, ਦੈਟ ਯੂ ਸ਼ੁੱਡ ਨੋ। ਨੈਕਸਟ ਇਜ਼ ਬੀਟ ਰੂਟ। ਬੀਟ ਰੂਟ ਇਜ਼ ਦਾ ਐਗਜ਼ਾਮਪਲ ਆਫ ਟੈਪ ਰੂਟ। ਬੀਟ ਰੂਟ ਜਿਹੜੀ ਆ ਬੱਚੇ, ਬੀਟ ਰੂਟ ਜਿਹੜੀ ਆ ਉਹ ਕਿਹਦੀ ਐਗਜ਼ਾਮਪਲ ਹੈ? ਬੀਟ ਰੂਟ ਟੈਪ ਰੂਟ ਦੀ ਐਗਜ਼ਾਮਪਲ ਆ, ਠੀਕ ਹੈ। ਆ ਕਿਸੇ ਬੱਚੇ ਨੇ ਗਲਤ ਕੀਤਾ ਹੋਇਆ, ਬਟ ਯੂ ਸ਼ੁੱਡ ਨੋ ਕਿ ਬੀਟਸ ਇਜ਼ ਦਾ ਐਗਜ਼ਾਮਪਲ ਆਫ ਦਾ beetroot is the example of the tap root because it is not fibrous root। ਇਹ fibrous root ਨਹੀਂ ਹੈ ਕਿ ਜਿਹਦੇ ਬਹੁਤ ਸਾਰੀਆਂ roots ਹੁੰਦੀਆਂ ਨੇ। so that's why it is the example of the tap root। so next comes the wheat, rice and grain। wheat, rice and grain ਜਿਹੜੇ ਆ, wheat, rice and corn are the example of fibrous root, ਠੀਕ ਹੈ। ਇਹ fibrous root ਦੀ example ਆ। next is ਕੁਕੰਬਰ ਐਂਡ ਬੀਨ ਆਰ ਦਾ ਐਗਜ਼ਾਮਪਲ ਆਫ। ਕੁਕੰਬਰ ਅਤੇ ਬੀਨ ਜਿਹੜੇ ਆ ਉਹ ਕਿਹਦੀ ਐਗਜ਼ਾਮਪਲ ਹੈ? ਇਹ ਵੀ ਇੱਕ ਐਗਜ਼ਾਮਪਲ ਹੈਗੀ ਆ ਕਲਾਈਂਬਰਸ ਦੀ, ਕਿਉਂਕਿ ਕੁਕੰਬਰਸ ਹੁੰਦੇ ਆ ਖੀਰੇ ਅਤੇ ਬੀਨਸ ਹੁੰਦੇ ਆ ਜਿਹੜੀਆਂ ਫਲੀਆਂ ਹੁੰਦੀਆਂ ਨੇ। ਇਹ ਐਗਜ਼ਾਮਪਲ ਨੇ ਕਲਾਈਂਬਰਸ ਦੀਆਂ। ਨੈਕਸਟ ਇਜ਼ ਕੈਬੇਜ ਐਂਡ ਸਪੈਨਿਚ। ਕੈਬੇਜ ਮਤਲਬ ਗੋਭੀ, ਬੰਦ ਗੋਭੀ ਜਿਹੜੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਕੈਬੇਜ। ਸਪੈਨਿਚ ਮਤਲਬ ਪਾਲਕ। ਇਹ ਕੀ ਕਰਦੇ ਨੇ? ਸਟੋਰ ਕਰਦੇ ਆ ਫੂਡ ਆਪਣੇ ਲੀਵਸ ਦੇ ਵਿੱਚ, ਆਪਣੇ ਪੱਤਿਆਂ ਦੇ ਵਿੱਚ। ਨੈਕਸਟ ਇਜ਼ ਮਿਡ ਵੇਨ ਐਂਡ ਸਾਈਡ ਵੇਨਸ। ਮਿਡ ਵੇਨ ਅਤੇ ਸਾਈਡ ਵੇਨਸ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਦੀਆਂ ਨੇ ਸਪੋਰਟ ਐਂਡ ਸ਼ੇਪ ਟੂ ਦਾ ਲੀਫ। ਪ੍ਰੋਵਾਈਡ ਸ਼ੇਪ ਐਂਡ ਸਪੋਰਟ ਟੂ ਦਾ ਲੀਫ। ਮਿਡ ਵੇਨ ਅਤੇ ਸਾਈਡ ਵੇਨਸ ਜਿਹੜੀਆਂ ਨੇ ਉਹ ਸਪੋਰਟ ਕਰਦੀਆਂ ਨੇ ਲੀਫ ਨੂੰ, ਠੀਕ ਹੈ। ਲੀਫ ਨੂੰ ਕਿ ਲੀਫ ਨੂੰ ਸਪੋਰਟ ਕਰਦੀਆਂ ਨੇ। ਮਿਡ ਵੇਨ ਅਤੇ ਸਾਈਡ ਵੇਨਸ ਜਿਹੜੀਆਂ ਨੇ ਉਹ ਲੀਫ ਨੂੰ ਪ੍ਰੋਵਾਈਡ ਕਰਦੀਆਂ ਸਪੋਰਟ ਐਂਡ ਸ਼ੇਪ ਟੂ ਲੀਫ। ਸਪੋਰਟ ਐਂਡ ਸ਼ੇਪ ਮਤਲਬ ਕਿ ਸਪੋਰਟ ਮਤਲਬ ਉਹਨੂੰ ਸਹਾਰਾ ਦਿੰਦੇ ਆ, ਸ਼ੇਪ ਮਤਲਬ ਕਿ ਉਹਦੀ ਸ਼ੇਪ ਬਣਦੀ ਹੈ, ਕਿੱਦਾਂ ਦੀ ਉਹਦੀ ਸ਼ੇਪ ਬਣਨੀ ਹੈ। ਇਹ ਮਿਡ ਵੇਨ ਅਤੇ ਸਾਈਡ ਵੇਨਸ ਕਰਦੀਆਂ ਨੇ। ਮਿਡ ਵੇਨ ਹੁੰਦੀ ਜਿਹੜੀ ਵਿਚਕਾਰ ਵਾਲੀ ਹੁੰਦੀ ਹੈ, ਸਾਈਡ ਵੇਨਸ ਹੁੰਦੀ ਜਿਹੜੀ ਸਾਈਡ 'ਤੇ ਹੁੰਦੀਆਂ ਨੇ, ਨਿੱਕੀਆਂ ਨਿੱਕੀਆਂ ਲਕੀਰਾਂ ਹੁੰਦੀਆਂ ਨੇ, ਉਹਨਾਂ ਨੂੰ ਕਹਿੰਦੇ ਸਾਈਡ ਵੇਨਸ। ਸੋ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਉਹ ਲੀਵਸ ਨੂੰ ਸ਼ੇਪ ਵੀ ਦਿੰਦੀਆਂ ਅਤੇ ਸਪੋਰਟ ਵੀ ਦਿੰਦੀਆਂ ਨੇ।
ਨੈਕਸਟ ਇਜ਼ ਲੀਵਸ ਯੂਜ਼। ਲੀਵਸ ਮਤਲਬ ਕਿ ਕਿਹੜੀ ਚੀਜ਼ ਯੂਜ਼ ਕਰਦੇ ਆ ਫਰੋਮ ਸੋਇਲ। ਸੋਇਲ ਤੋਂ ਕਿਹੜੀ ਚੀਜ਼ ਲੈਂਦੇ ਆ, ਪਾਣੀ। ਹਵਾ ਤੋਂ ਕਿਹੜੀ ਚੀਜ਼ ਲੈਂਦੇ ਆ ਲੀਵਸ, ਕਾਰਬਨ ਡਾਈਆਕਸਾਈਡ। ਤੇ ਡੈਸ਼ ਟੂ ਪ੍ਰਪੇਅਰ ਫੂਡ। ਹੁਣ ਫੂਡ ਪ੍ਰਪੇਅਰ ਕਰਨ ਲਈ ਸਭ ਤੋਂ ਮੋਸਟ ਇੰਪੋਰਟੈਂਟ ਕਿਹੜੀ ਚੀਜ਼ ਹੈ, ਸਨਲਾਈਟ। ਜਦੋਂ ਲੀਵਸ ਨੂੰ ਪਾਣੀ, ਹਵਾ ਤੇ ਸਨਲਾਈਟ ਤਿੰਨੇ ਚੀਜ਼ਾਂ ਮਿਲਣਗੀਆਂ ਫਿਰ ਉਹ ਫੂਡ ਬਣਾਏਗੀ। ਲੀਵਸ ਨੂੰ ਜਿਹੜਾ ਆ ਸੋਇਲ ਤੋਂ ਕੀ ਮਿਲਦਾ ਆ, ਵਾਟਰ। ਏਅਰ ਤੋਂ ਕੀ ਮਿਲਦਾ ਆ, ਕਾਰਬਨ ਡਾਈਆਕਸਾਈਡ। ਐਂਡ ਡੈਸ਼ ਟੂ ਪ੍ਰਪੇਅਰ ਫੂਡ। ਫੂਡ ਪ੍ਰਪੇਅਰ ਕਰਨ ਵਾਸਤੇ ਹੁਣ ਇੱਕ ਮੇਨ ਚੀਜ਼ ਜਿਹੜੀ ਆ ਉਹ ਕਿਹੜੀ ਆ, ਸਨਲਾਈਟ। ਸਨਲਾਈਟ ਹੋਏਗੀ ਤੇ ਉਹਦੇ ਨਾਲ ਜਿਹੜਾ ਆ ਉਹ ਫੂਡ ਪ੍ਰਪੇਅਰ ਕਰ ਸਕਦੇ ਆ ਲੀਵਸ। ਲੀਵਸ ਆਰ the kitchens also because they provide food to the whole plant। ਸਾਰੇ plant ਨੂੰ provide ਕਰਦੇ ਆ food, so that's why leaves are the main example of the plant, main support of the plant। ਠੀਕ ਹੈ। ਸੋ ਵਾਟਰ ਜਿਹੜਾ ਆ ਸੋਇਲ ਤੋਂ ਮਿਲਦਾ, ਕਾਰਬਨ ਡਾਈਆਕਸਾਈਡ ਏਅਰ ਤੋਂ ਮਿਲਦੀ ਆ, ਤੇ ਸਨਲਾਈਟ ਜਿਹੜੀ ਆ ਉਹਦੇ ਨਾਲ ਉਹ ਫੂਡ ਪ੍ਰਪੇਅਰ ਕਰਦੇ ਆ। ਨੈਕਸਟ ਇਜ਼ ਮੈਂਗੋ ਐਂਡ ਪਲਮ ਹੈਵ। ਮੈਂਗੋ ਜਿਹੜਾ ਤੁਸੀਂ ਚੂਪਦੇ ਹੋ ਉਹਦੇ ਵਿੱਚ ਇੱਕੋ ਗਿਟਕ ਹੁੰਦੀ ਆ। ਪਲਮ ਖਾਂਦੇ ਹੋ, ਪਲਮ ਦੇ ਵਿੱਚ ਵੀ ਇੱਕੋ ਗਿਟਕ ਹੁੰਦੀ ਆ। ਆੜੂ ਦੇ ਵਿੱਚ ਵੀ ਇੱਕੋ ਗਿਟਕ ਹੁੰਦੀ ਆ। ਸੋ ਆਲ ਥੀਸ ਹੈਵ ਵਨ ਸੀਡ। ਬੱਚੇ ਕੁਐਸਚਨ ਪੇਪਰ ਵਿੱਚ ਵੀ ਆ ਸਕਦਾ ਆ, ਜਿਵੇਂ ਵਾਟਰਮੈਲਨ ਆ ਜਾਏ ਕਿ ਵਾਟਰਮੈਲਨ ਹੈਜ਼ ਵਨ ਸੀਡ, ਮੈਨੀ ਸੀਡ, ਫਿਊ ਸੀਡ। ਵਾਟਰਮੈਲਨ ਵਿੱਚ ਕਿੰਨੇ ਸੀਡ ਹੁੰਦੇ ਆ, ਬਹੁਤ ਸਾਰੇ। ਠੀਕ ਹੈ। ਸੋ ਯੂ ਵਿਲ ਰਾਈਟ ਮੈਨੀ ਸੀਡਸ। ਸੋ ਇਹਨੂੰ ਧਿਆਨ ਨਾਲ ਰੱਖਣਾ ਹੈ, ਪਹਿਲਾਂ ਸੋਚਣਾ ਹੈ ਕਿ ਕਿੰਨੇ ਸੀਡਸ ਹੁੰਦੇ ਆ ਹਰ ਇੱਕ ਵਿੱਚ। ਨੈਕਸਟ ਇਜ਼ ਮੋਸਟ ਫਲਾਵਰਸ ਹੈਵ। Next comes the wait for that, yes, most flowers have bright petal, bright colored petal। मतलब कि bright colored petal मतलब ਹੁੰਦਾ ਕਿ ਜਿਹੜੀ ਪੰਖੜੀਆਂ ਨੇ, ਜਿਹੜੀਆਂ ਸੋਹਣੀ ਸੋਹਣੀਆਂ ਪੰਖੜੀਆਂ ਨੇ ਉਹ ਬਹੁਤ ਬ੍ਰਾਈਟ ਸੋਹਣੀਆਂ ਹੁੰਦੀਆਂ ਨੇ। ਸਵੀਟ ਸਮੈਲ ਹੁੰਦੀ ਹੈ ਫਲਾਵਰਸ ਦੀ। ਕਹਿੰਦੇ ਜੇ ਹੁੰਦੀ ਹੈ ਤਾਂ ਫਿਰ ਕਿਹੜਾ ਸਹੀ ਆ ਕਿ ਜੇ ਉਹਨਾਂ ਦੇ ਕਲਰਡ ਪੀਟਲਸ ਨੇ ਮਤਲਬ ਕਿ ਬ੍ਰਾਈਟ ਕਲਰ ਨੇ ਫਿਰ ਉਹਨੂੰ ਟਿਕ ਕਰੋ, ਜੇ ਸਵੀਟ ਸਮੈਲ ਆ ਉਹਨੂੰ ਟਿਕ ਕਰੋ। ਪਰ ਇਹਦੀਆਂ ਤਾਂ ਫਲਾਵਰਸ ਦੀਆਂ ਤਾਂ ਸਾਰੀਆਂ ਹੁੰਦੀਆਂ ਨੇ। ਉਹਦੀਆਂ ਪੰਖੜੀਆਂ ਵੀ ਬਹੁਤ ਸੋਹਣੀਆਂ ਹੁੰਦੀਆਂ ਅਤੇ ਉਹਦੀ ਸਮੈਲ ਵੀ ਬਹੁਤ ਪਿਆਰੀ ਹੁੰਦੀ ਹੈ। ਸੋ ਇਟ ਵਿਲ ਕਮ ਬੋਥ ਦੀ ਅਬਵ। ਨੋ ਨੈਕਸਟ ਕੁਐਸਚਨ ਇਜ਼ we eat the seeds of, sorry wait for the 2 minutes, we eat the seeds of मतलब कि ਅਸੀਂ ਕਿਹਦੇ ਸੀਡਸ ਖਾਂਦੇ ਆ। ਠੀਕ ਹੈ। ਅਸੀਂ ਸੀਡਸ ਜਿਹੜੇ ਆ ਉਹ ਕਿਸ ਚੀਜ਼ ਦੇ ਖਾਂਦੇ ਆ, ਜਿਹੜੇ ਮਤਲਬ ਕਿ ਅਸੀਂ ਜਿਹੜੇ ਇਹਦੇ ਵਿੱਚ ਪੁੱਛਿਆ ਗਿਆ ਆ। ਸੋ we eat the seeds of ਰਾਈਸ। ਰਾਈਸ ਜਿਹੜੇ ਆ ਉਹ ਵੀ ਇੱਕ ਸੀਡ ਆ। ਠੀਕ ਹੈ। ਉਹਨੂੰ ਵੀ ਆਪਾਂ ਖਾਂਦੇ ਆ। ਜਿਵੇਂ ਮਤਲਬ ਕਿ ਚੌਲ ਆ, ਚੌਲ ਤੋਂ ਹੀ ਚੌਲ ਜਿਹੜੇ ਆ ਉਹ ਬਣਦੇ ਆ। ਸੋ ਇਹ ਕੁਐਸਚਨ ਮੈਂ ਜਿਹੜਾ ਇਹਦਾ ਆਨਸਰ ਹੈ ਇਹ ਬੱਚੇ ਮੈਂ ਗਲਤ ਕਰ ਦਿੱਤਾ ਸੀਗਾ, ਇਹ ਮੇਰੀ ਮਿਸਟੇਕ ਆ। ਤੇ ਸੋ ਇਸ ਕਰਕੇ ਇਹਦਾ ਆਨਸਰ ਇਹੀ ਆਣਾ ਸੀ, ਰਾਈਸ, ਵੀਟ ਐਂਡ ਗ੍ਰਾਮ। ਬੱਚੇ ਨੇ ਸਹੀ ਕੀਤਾ ਆ ਪਰ ਮੈਂ ਗਲਤ ਲਿਖਿਆ ਆਨਸਰ। ਸੋ ਜਿਨ੍ਹਾਂ ਨੇ ਵੀ ਕੀਤਾ ਹੋਏਗਾ ਉਹਨਾਂ ਦਾ ਵੀ ਆਨਸਰ ਸਹੀ ਹੋਏਗਾ। ਸੋ ਸੌਰੀ ਫॉर दैट, ਇਹ ਮੇਰੇ ਕੋਲ ਗਲਤੀ ਹੋ ਜਾਂਦੀ ਹੈ ਬੱਚੇ, ਸੌਰੀ। ਰਾਈਸ ਜਿਹੜੇ ਆ, ਰਾਈਸ ਇਹ ਬੀਜ ਹੁੰਦੇ ਆ। ਠੀਕ ਹੈ। ਰਾਈਸ ਆਪਾਂ ਉਗਾਉਂਦੇ ਆ। ਵੀਟ ਵੀ ਜਿਹੜੇ ਆ ਕਣਕ ਆ ਉਹ ਵੀ ਆਪਾਂ ਪਿਸਾ ਕੇ ਖਾਂਦੇ ਆ। ਗ੍ਰਾਮ, ਠੀਕ ਹੈ, ਇਹ ਵੀ ਜਿਹੜੀ ਆ ਦਾਲ ਹੁੰਦੀ ਆ, ਇਹ ਵੀ ਆਪਾਂ ਖਾਂਦੇ ਆ, ਚਨੇ ਜਿਹੜੇ ਹੁੰਦੇ ਆ। ਸੋ ਇਹ ਜਿਹੜੀ ਚੀਜ਼ਾਂ ਨੇ ਇਹ ਰਾਈਸ, ਵੀਟ ਐਂਡ ਗ੍ਰਾਮ ਜਿਹੜੇ ਆ ਇਹਨਾਂ ਦੇ ਸੀਡਸ ਆਪਾਂ ਖਾਂਦੇ ਆ। ਠੀਕ ਹੈ। ਬੀਨਸ ਦੇ ਸੀਡਸ ਵੀ ਖਾਂਦੇ ਆ। ਪਰ ਆਪਾਂ ਦੇਖੋ ਕਿ ਮੈਂ ਕੀ ਕੀਤਾ, ਕੈਰਟ ਅਤੇ ਰੈਡਿਸ਼ ਦੇ ਸੀਡਸ ਤਾਂ ਹੁੰਦੇ ਨਹੀਂ ਬੱਚੇ। ਸੋ ਮੇਰਾ ਆਨਸਰ ਰੋਂਗ ਆ, ਬੱਚੇ ਦਾ ਆਨਸਰ ਸਹੀ ਆ। ਸੋ ਨੈਕਸਟ ਕਮਸ ਹਾਊ ਦਾ ਟਰਟਲ ਮੂਵ। ਮਤਲਬ ਕਿ ਟਰਟਲ ਜਿਹੜਾ ਕਿੱਦਾਂ ਮੂਵ ਕਰਦਾ ਆ। ਟਰਟਲ ਸਵਿਮ ਕਰਦਾ ਆ। ਛੋਟਾ ਜਿਹਾ ਹੁੰਦਾ ਨਾ ਟਰਟਲ, ਕੱਛੂ ਕੰਮਾ ਜਿਹੜਾ ਆ ਛੋਟਾ ਜਿਹਾ ਹੁੰਦਾ ਆ ਅਤੇ ਸੋ ਪਾਣੀ ਦੇ ਵਿੱਚ ਹੀ ਸਵਿਮ ਕਰਦਾ ਆ। ਪਲਾਂਟਸ ਮੂਵ ਲਾਈਕ ਐਨੀਮਲਸ। ਕਹਿੰਦੇ ਪਲਾਂਟਸ ਜਿਹੜੇ ਆ ਉਹ ਐਨੀਮਲਸ ਦੇ ਵਾਂਗੂ ਮੂਵ ਕਰਦੇ ਨੇ। ਨੋ, ਪਲਾਂਟਸ ਜਿਹੜੇ ਆ ਉਹ ਐਨੀਮਲਸ ਦੇ ਵਾਂਗੂ ਨਹੀਂ ਮੂਵ ਕਰਦੇ। ਜਿੱਦਾਂ ਐਨੀਮਲਸ ਭੱਜਦੇ ਕੁੱਦਦੇ ਆ ਉੱਦਾਂ ਪਲਾਂਟਸ ਨਹੀਂ ਭੱਜ ਕੁੱਦ ਸਕਦੇ। ਠੀਕ ਹੈ। ਉਹ ਸਿਰਫ ਆਪਣੀ ਰੋਟੇਟ ਕਰਦੇ ਆ ਆਪਣੇ ਆਪ ਨੂੰ। ਆਪਣਾ ਜਿਵੇਂ ਸਨਫਲਾਵਰ ਹੈ ਉਹ ਆਪਣੀ ਮੂਵਮੈਂਟ ਸ਼ੋਅ ਕਰਦਾ ਆ, ਮੂਵਮੈਂਟ ਸ਼ੋਅ ਕਰਦੇ ਆ, ਉਹ ਮੂਵ ਨਹੀਂ ਕਰਦੇ। ਓਕੇ। ਵਿਚ ਪਲਾਂਟ ਲੀਵਸ ਆਰ ਕਲੋਜ਼ਡ ਵੈਨ ਦੇ ਆਰ ਟੱਚਡ।
मतलब कि किहड़े प्लांट है जिहदे मतलब कि पत्ते जिहड़े क्लोज हो जाते हैं जदों आपां नूं हत्थ लाने आ, दैट इज़ टच मी नॉट। ठीक है, सनफ्लावर के पत्ते तो कभी भी नहीं बंद होणगे, टच मी नॉट दे जिहड़े आ वो बंद हो जाते हैं जदों आपां नूं हत्थ लाने आ। सॉरी, ईवन दा मैं पिक्चर भी शेयर की है, पिक्चर विच भी तुसीं देख सकते हो कि ਜਿਹੜੇ मैं पत्तिਆਂ ਨੂੰ जिन्ना हत्थ लाया होया तो वो ਜਿਹੜੇ ਆ टच मी नॉट ਜਿਹੜਾ पौधा आ वो नाल ही ਜਿਹੜੇ पत्ते आ सुंगड़ गए आ। उपर वाले पत्ते तुसीं देख सकते हो कि उस तरह ही खिले हुए ने ते ਜਿਹੜੇ थल्ले जिन्हां ਨੂੰ हत्थ लाया वो सुंगड़ गए ने। सो दीज प्लांट शो द मूवमेंट, ये प्लांट्स ਜਿਹੜੇ ਆ ਇਹ मूवमेंट शो करते हैं। मूवमेंट शो मतलब कि ये दसते हैं कि भी असी मतलब कि जे सानूं तुसीं हत्थ लाओगे तो असी बंद हो जावांगे। सो नैक्सट इज़ लिविंग थिंग्स नीड फूड। लिविंग थिंग्स नूं फूड चाहिए है काहदे लई? टू ग्रो एंड लिव, यस, जीण वास्ते, वड्डे होण वास्ते ते जीण वास्ते। टू गैट एनर्जी, एनर्जी मतलब कि ताकत, ताकत जिहड़ी उन्हां नूं मिलदी आ फूड खाण तो। सो दैट्स वाई दे नीड बोथ, इट इज़ राइट। तो ये मूवमेंट शो कर रहा है प्लांट। ठीक है, ये तुसीं देख सकते हो अगे है कि भी वो ग्रो करते हैं। नैक्सट इज़ रैबिट्स एंड पांडास। रैबिट्स एंड पांडास ईट प्लांट्स एंड प्लांट पार्ट्स। मतलब कि रैबिट्स ते पांडास जिहड़े आ वो की करते आ, प्लांट्स खांदे आ ते प्लांट्स के पार्ट्स भी खांदे आ। प्लांट्स मतलब पौधे खांदे आ ते पौधों के जिहड़े अगे पार्ट्स हुंदे आ वो भी खांदे आ। सो रैबिट एंड पांडास ईट प्लांट्स एंड प्लांट पार्ट्स, ये याद रखना है। रैबिट एंड पांडास ईट प्लांट एंड प्लांट पार्ट्स। सो नेक्स्ट इज, जी मैम, नेक्स्ट इज rabbits and pandas eat both plants and examples that I have given you already. मशरूम ऑब्जर्व फूड फ्रॉम, मशरूम जिहड़े आ वो कित्थों ऑब्जर्व करते हैं फूड? डेड एंड डिकेइंग मैटर। डेड एंड डिकेइंग मैटर मतलब कि डेड जिहड़े हुंदे आ, डेड प्लांट्स, डेड एनिमल्स, डेड प्लांट्स। ठीक है, डेड डिकेइंग मैटर जिहड़ा गलिया सड़िया पत्ते हुंदे या पौधे हुंदे या फ्रूट्स हुंदे आ उन्हां तो वो सारे जिहड़े आ वो सारे ऑब्जर्व करदा आ ते उतों ही मशरूम पैदा हुंदियां ने। सो मॉल्ट्स एंड मशरूम्स आर द एग्जाम्पल ऑफ, मॉल्ट्स ते मशरूम किहदी एग्जाम्पल है? मॉल्ट्स ते मशरूम जिहड़े आ वो एग्जाम्पल हैगे आ लिविंग थिंग दे। ठीक है, मॉल्ट्स एंड मशरूम आर द एग्जाम्पल ऑफ लिविंग थिंग। लिविंग थिंग दी एग्जाम्पल है मॉल्ट्स ते मशरूम। मतलब कि ये भी एक लिविंग थिंग है, नॉन लिविंग थिंग नहीं तुसी कह सकते कि जे वो उल्ली तो पैदा होंदे आ ते वो भी एक लिविंग थिंग आ। ठीक आ। सो नैक्सट इज सीड्स ग्रो। सीड्स जिहड़े आ वो किद्दां ग्रो करदे आ? सीडलिंग तो। ठीक है, सीड्स ग्रोज इनटू सीडलिंग, सीड्स जिहड़े आ वो सीडलिंग विच उत्पन्न होंदे आ। उस तो बाद की आ? बेबी ग्रोज इनटू एडल्ट मैन। ठीक है, एडल्ट विच, मैन विच या चाइल्ड विच? बेबी जिहड़ा आ किद्दां ग्रो करदा है? बेबी चाइल्ड विच ग्रो करता है बच्चे, एडल्ट विच नहीं करेगा। बेबी तो यकदम एडल्ट नहीं हो जाएंगे, बहुत वड्डे नहीं हो जावांगे या इंसान बंदा नहीं बन जाएगा वो, मतलब कि जाके मैं कह रही हाँ कि बेबी तो वो एक मतलब कि फादर की स्टेज से नहीं आ जाएगा। बेबी तो सीधा वो फादर की स्टेज से नहीं आ जाएगा। बेबी तो सीधा वो मतलब कि 10th क्लास विच नहीं चल जाएगा। बेबी तो सीधा वो चाइल्ड बनेगा। चाइल्ड मतलब कि वो फर्स्ट सेकंड नर्सरी क्लास करेगा। सो दैट मीन्स बेबी कम्स इनटू अ चाइल्ड। चाइल्ड तो एडल्ट बनता है, एडल्ट तो अगे मैन आता है। ठीक है, नैक्सट इज प्लांट्स ग्रो। प्लांट्स जिहड़े आ वो किद्दां ग्रो करते आ? प्लांट्स ग्रो थ्रू आउट लाइफ टाइम, मतलब कि सारे लाइफ टाइम वो ग्रो करते रहते हैं। प्लांट्स जिहड़े आ वो सारा उम्र भर ही ग्रो करते रहते हैं। उन्होंने रूट्स जिहड़ियां ऑब्जर्व ग्रो करदियां रहिंदियां ने, वड्डियां वड्डियां रूट्स जिहड़ियां उन्हां दियां हुंदियां रहिंदियां ने।
ਨੈਕਸਟ ਇਜ਼ ਐਨੀਮਲਸ ਬਰੀਥ ਥਰੂ। ਐਨੀਮਲਸ ਕਿੱਦਾਂ ਬਰੀਥ ਕਰਦੇ ਆ? ਨੋਜ਼ ਦੇ ਥਰੂ, ਦੈਟ ਯੂ ਨੋ, ਕਿਉਂਕਿ ਨੇਲਸ ਜਿਹੜੇ ਆ ਉਹ ਬਰਡਸ ਕਰਦੇ ਆ, ਬਰਡਸ ਜਿਹੜੇ ਆ ਉਹ ਨੇਲਸ ਦੀ ਥਰੂ ਆਪਣਾ ਬਰੀਥ ਕਰਦੇ ਆ। ਏਅਰ ਹੋਲਸ ਰਾਹੀਂ ਕੌਣ ਸਾਹ ਲੈਂਦਾ ਆ? ਇਨਸੈਕਟਸ ਲੈਂਦੇ ਆ। ਸੋ ਬਰਡਸ ਬਰੀਥ ਥਰੂ, ਬਰਡਸ ਜਿਹੜੇ ਆ ਉਹ ਨੇਲਸ ਤੋਂ ਕਰਦੇ ਆ। ਪਲਾਂਟਸ ਟੇਕ ਇਨ ਏਅਰ ਥਰੂ ਟਾਈਨੀ ਓਪਨਿੰਗਸ। ਟਾਈਨੀ ਓਪਨਿੰਗਸ ਹੁੰਦੇ ਜਿਹੜੇ ਨਿੱਕੇ ਨਿੱਕੇ ਉਹਨਾਂ ਦੇ ਸ਼ੇਕ ਹੁੰਦੇ ਆ, ਜਿਨ੍ਹਾਂ ਨੂੰ ਆਪਾਂ ਸਟੋਮੇਟਾ ਕਹਿੰਦੇ ਆ, ਉਹ ਟਾਈਨੀ ਓਪਨਿੰਗਸ ਨੇ ਪਲਾਂਟਸ ਦੀਆਂ। ਨੈਕਸਟ ਇਜ਼ ਵਿਚ ਫੈਕਟਰ ਕਾਜ਼ ਲਿਵਿੰਗ ਥਿੰਗਸ ਟੂ ਰਿਸਪੌਂਡ? ਦੈਟ ਇਜ਼ ਸਟਿਮੂਲੇ। ਦੈਟ ਮੀਨਸ ਕਿ ਜਿਹੜਾ ਕਿਹੜਾ ਫੈਕਟਰ ਹੈ ਜਿਹੜਾ ਮਤਲਬ ਕਿ ਲਿਵਿੰਗ ਥਿੰਗ ਨੂੰ ਰਿਸਪੌਂਡ ਕਰਦਾ ਹੈ? ਦੈਟ ਇਜ਼ ਸਟਿਮੂਲੇ। ਕਿਉਂ? ਕਿਉਂਕਿ ਜਿਹੜਾ ਲਿਵਿੰਗ ਥਿੰਗ ਆ ਉਹਨੂੰ ਕੋਈ ਵੀ ਚੀਜ਼ ਜਿਹੜੀ ਆ ਜਦੋਂ ਕੁਛ ਉਹਨੂੰ ਦਿਸੇਗਾ, ਕੋਈ ਵੀ ਚੀਜ਼ ਜਿਹੜੀ ਆ ਉਹਨੂੰ ਦਿਸਦੀ ਆ, ਉਹਦੇ ਤੋਂ ਉਹ ਰਿਸਪੌਂਡ ਕਰਦਾ ਆ। ਜਿਵੇਂ ਤੁਸੀਂ ਆਈਸਕ੍ਰੀਮ ਦੇਖਦੇ ਹੋ, ਦੈਟ ਇਜ਼ ਆਈਸਕ੍ਰੀਮ ਇਜ਼ ਅ ਸਟਿਮੂਲੇ। ਇਫ ਯੂ ਆਰ ਗੋਇੰਗ ਟੂ ਈਟ, ਜੇ ਤੁਸੀਂ ਉਹਨੂੰ ਖਾ ਲੈਂਦੇ ਹੋ ਉਹ ਤੁਹਾਡਾ ਰਿਸਪੌਂਸ ਆ, ਠੀਕ ਹੈ। ਇਫ ਯੂ ਸੀ ਮਮਸ ਆਈਜ਼, ਜੇ ਤੁਸੀਂ ਆਪਣੇ ਮੰਮਾ ਦੀਆਂ ਆਈਜ਼ ਦੇਖੋਗੇ ਕਿ ਵੀ ਹਾਂ ਮੰਮਾ ਮੈਨੂੰ ਸਕੋਲਡ ਕਰ ਰਿਹਾ, ਮਤਲਬ ਕਿ ਝਿੜਕ ਰਹੇ ਆ, ਤੇ ਉਹਨਾਂ ਨੇ ਤੁਹਾਨੂੰ ਅੱਖਾਂ ਕੱਢ ਕੇ ਦੇਖਣਾ ਆ, ਘੂਰ ਕੇ ਦੇਖਣਾ ਆ, ਠੀਕ ਹੈ। ਉਹ ਘੂਰਨੀ ਜਿਹੜੀ ਹੁੰਦੀ ਆ ਉਹ ਇੱਕ ਹੀ ਹੈ ਸਟਿਮੂਲੇ। ਤੇ ਅੱਗੋਂ ਤੁਹਾਡਾ ਰਿਸਪੌਂਸ ਕੀ ਆ ਕਿ ਜੇ ਤੁਸੀਂ ਉਹਨੂੰ ਓਬੇ ਕਰਦੇ ਹੋ, ਮੰਮਾ ਨੂੰ ਓਬੇ ਕਰਦੇ ਹੋ, ਕਿ ਤੁਸੀਂ ਸਿੱਧਾ ਹੋ ਕੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ, ਉਹ ਤੁਹਾਡਾ ਰਿਸਪੌਂਡ ਆ। ਨੈਕਸਟ ਇਜ਼ ਇਫ ਯੂਰ ਮਾਊਥ ਸਟਾਰਟ ਵਾਟਰਿੰਗ ਵਾਈਲ ਸੀਇੰਗ ਦਾ ਆਈਸਕ੍ਰੀਮ, ਦੈਟ ਇਜ਼ ਕਾਲਡ। ਜੇ ਤੁਸੀਂ ਆਈਸਕ੍ਰੀਮ ਦੇਖਦੇ ਹੋ ਤੇ ਆਈਸਕ੍ਰੀਮ ਦੇਖ ਕੇ ਤੇ ਤੁਹਾਡੇ ਮੂੰਹ ਵਿੱਚ ਪਾਣੀ ਆ ਜਾਂਦਾ ਆ, ਤੇ ਉਹਨੂੰ ਕੀ ਕਹਿੰਦੇ ਆ? ਉਹਨੂੰ ਕਹਿੰਦੇ ਆ ਸਟਿਮੂਲੇ। ਹੁਣੇ ਮੈਂ ਦੱਸਿਆ ਆ ਕਿ ਜਦੋਂ ਤੁਸੀਂ ਜਦੋਂ ਤੁਹਾਡਾ ਆਈਸਕ੍ਰੀਮ ਤੁਹਾਡੇ ਮੂੰਹ 'ਚ ਮਤਲਬ ਕਿ ਤੁਸੀਂ ਆਈਸਕ੍ਰੀਮ ਦੇਖਦੇ ਹੋ, ਤੁਹਾਡੇ ਮੂੰਹ ਵਿੱਚ ਪਾਣੀ ਆ ਗਿਆ ਹੈ। ਤੁਹਾਡੇ ਮੂੰਹ ਵਿੱਚ ਜਿਹੜਾ ਪਾਣੀ ਆਇਆ ਆ ਉਹ ਕੀ ਆ? ਉਹਦਾ ਜਵਾਬ ਆ ਕਿ ਇਹ ਮੈਂ ਖਾਣੀ ਆ, ਠੀਕ ਹੈ, ਇਹ ਮੈਨੂੰ ਸਵਾਦ ਲੱਗਦੀ ਪਈ ਹੈ, ਇਹ ਮੈਂ ਖਾਣੀ ਆ। ਸੋ ਦੈਟ ਇਜ਼ ਦਾ ਰਿਸਪੌਂਸ। ਜਿਹੜਾ ਮੂੰਹ ਵਿੱਚ ਪਾਣੀ ਆ ਗਿਆ ਆ ਉਹ ਇੱਕ ਰਿਸਪੌਂਸ ਆ। ਨੈਕਸਟ ਇਜ਼ ਡੂ ਪਲਾਂਟਸ ਰਿਸਪੌਂਸ ਟੂ ਸਟਿਮੂਲੇ? ਸਟਿਮੂਲੇ ਨੂੰ ਰਿਸਪੌਂਡ ਕਰਦੇ ਆ ਪਲਾਂਟਸ? ਯੈਸ, ਠੀਕ ਹੈ। ਕਿਉਂ? ਕਿਉਂਕਿ ਜਦੋਂ ਸਨਫਲਾਵਰ ਹੁੰਦਾ ਆ, ਸਨਫਲਾਵਰ ਜਿਹੜਾ ਪਲਾਂਟ ਹੈ ਉਹ ਜਦੋਂ ਮਤਲਬ ਕਿ ਉੱਗਦਾ ਹੈ, ਜਦੋਂ ਮਤਲਬ ਕਿ ਸਨਲਾਈਟ ਆਉਂਦੀ ਹੈ, ਸੂਰਜ ਦੀ ਰੋਸ਼ਨੀ ਆਉਂਦੀ ਹੈ ਸਨਫਲਾਵਰ 'ਤੇ ਪੈਂਦੀ ਆ, ਅਤੇ ਜਦੋਂ ਸੂਰਜ ਦੀ ਰੋਸ਼ਨੀ ਸਨਫਲਾਵਰ 'ਤੇ ਪਈ ਅਤੇ ਉਹ ਉਹਨੂੰ ਮੂਵ ਕਰੇਗਾ, ਠੀਕ ਹੈ, ਉਹਦੇ ਵੱਲ ਨੂੰ ਟਰਨ ਕਰੇਗਾ। ਸੋ ਦੈਟ ਇਜ਼ ਦਾ ਰਿਸਪੌਂਡ। ਇਹ ਉਹਦਾ ਰਿਸਪੌਂਡ ਆ, ਠੀਕ ਹੈ। ਜਦੋਂ ਮਤਲਬ ਕਿ ਤੁਸੀਂ ਟੱਚ ਮੀ ਨੋਟ ਨੂੰ ਹੱਥ ਲਾਉਂਦੇ ਹੋ ਅਤੇ ਉਹ ਉਹਦਾ ਰਿਸਪੌਂਡ ਆ। ਸਟਿਮੂਲੇ ਕੀ ਆ ਕਿ ਤੁਸੀਂ ਉਹਨੂੰ ਦੇਖ ਰਹੇ ਹੋ, ਠੀਕ ਹੈ। ਜਦੋਂ ਮਤਲਬ ਕਿ ਤੁਸੀਂ ਦੇਖਦੇ ਹੋ ਪਿਆ, ਤੁਹਾਡਾ ਰਿਸਪੌਂਸ ਕੀ ਹੈ ਕਿ ਵੀ ਬਹੁਤ ਪਿਆਰਾ ਹੈ, ਤੁਸੀਂ ਉਹਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦੇ ਹੋ। ਜਦੋਂ ਹੱਥ ਲਾਉਂਦੇ ਹੋ ਤਾਂ ਉਹ ਤੁਹਾਨੂੰ ਰਿਸਪੌਂਡ ਕੀ ਕਰਦਾ ਆ? ਉਹ ਸੁੰਗੜ ਜਾਂਦਾ ਆ। ਸੋ ਦੈਟ ਇਜ਼ ਦਾ ਰਿਸਪੌਂਸ ਆਫ ਦਾ ਪਲਾਂਟ। ਸੋ ਇਟ ਵਿਲ ਕਮ ਯੈਸ ਕਿ ਪਲਾਂਟਸ ਜਿਹੜੇ ਆ ਉਹ ਸਟਿਮੂਲੇ ਪ੍ਰੈਜ਼ੈਂਟ ਹੁੰਦਾ ਉਹਨਾਂ 'ਚ। ਸੋ ਨੈਕਸਟ ਇਜ਼ ਸੀਡਲਿੰਗ ਬੈਂਡਸ ਟੂਵਰਡਸ ਦ ਡੈਸ਼ ਐਂਡ ਰੂਟਸ ਆਫ ਪਲਾਂਟ ਮੂਵਸ ਟੂਵਰਡਸ ਦ ਡੈਸ਼। ਮਤਲਬ ਕਿ ਸੀਡਲਿੰਗ ਜਿਹੜੀ ਆ ਉਹ ਲਾਈਟ ਵੱਲ ਟੂਵਰਡਸ ਕਰਦੀ ਆ, ਅਤੇ ਰੂਟਸ ਜਿਹੜੀਆਂ ਨੇ ਉਹ ਵਾਟਰ ਵੱਲ ਜਾਂਦੀਆਂ ਨੇ। ਮਤਲਬ ਕਿ ਸੀਡ ਜਿਹੜਾ ਜਦੋਂ ਉਤਪੰਨ ਹੁੰਦਾ ਆ, ਜਦੋਂ ਪਲਾਂਟ ਜਿਹੜਾ ਆ ਉਹ ਗਰੋ ਕਰਦਾ ਆ, ਉਹਨੂੰ ਸਨਲਾਈਟ ਦੀ ਲੋੜ ਹੁੰਦੀ ਆ, ਅਤੇ ਰੂਟਸ ਨੂੰ ਕਾਹਦੀ ਲੋੜ ਹੁੰਦੀ ਆ? ਪਾਣੀ ਦੀ, ਕਿਉਂਕਿ ਰੂਟਸ ਜਿਹੜਾ ਆ ਉਹ ਪਾਣੀ ਜਿਹੜਾ ਆ ਰੂਟਸ ਨੂੰ ਮਿਲੇਗਾ ਅਤੇ ਫਿਰ ਉਹ ਗਰੋ ਕਰੇਗਾ ਪਲਾਂਟ। ਸੋ ਦੈਟਸ ਵਾਈ it will come light मतलब sunlight, water मतलब पानी। So next question comes process by which living things produce। मतलब कि ਜਿਹੜੀਆਂ process ਕਿਹੜਾ ਆ ਜਿਹੜਾ living things produce ਕਰਦੇ ਆ, ਉਹ ਹੈ reproduction ਮਤਲਬ ਕਿ ਆਪਣੇ ਵਰਗੇ ਇਨਸਾਨ ਪੈਦਾ ਕਰਦੇ ਆ, ਆਪਣੇ ਵਰਗੇ ਜੀਵ ਪੈਦਾ ਕਰਦੇ ਆ, ਉਹਨੂੰ ਕਹਿੰਦੇ ਆ reproduction। some animals reproduce, ਕਈ animals reproduce ਕਰਦੇ ਨੇ dash, ਤੇ some give, ਕੁਛ ਜਿਹੜੇ ਆ ਉਹ ਕੀ ਦਿੰਦੇ ਆ? ਸਮ ਐਨੀਮਲਸ ਰੀਪਰੋਡਿਊਸ ਲੇਇੰਗ ਐਗਸ ਮਤਲਬ ਕਿ ਉਹ ਲੇ ਕਰਦੇ ਆ ਐਗਸ, ਆਂਡੇ ਦਿੰਦੇ ਆ, ਅਤੇ ਸਮ ਗਿਵ ਬਰਥ ਟੂ ਯੰਗ ਵਨਸ ਮਤਲਬ ਕਿ ਕੁਛ ਜਿਹੜੇ ਆ ਉਹ ਬਰਥ ਦਿੰਦੇ ਆ ਯੰਗ ਵਨਸ ਨੂੰ। ਸਮ ਗਿਵ ਮਤਲਬ ਹੁੰਦਾ ਦੇਣਾ, ਕੀ ਦਿੰਦੇ ਆ? ਬਰਥ ਟੂ ਯੰਗ ਵਨਸ, ਆਪਣੇ ਛੋਟੇ ਜਿਹੜੇ ਬੱਚੇ ਆ ਉਹਨਾਂ ਨੂੰ ਜਨਮ ਦਿੰਦੇ ਆ। ਸੋ next is plants produce seeds from which grow, some plants can also grow from dash। ਕਹਿੰਦੇ plants produce seeds ਕਿਹਦੇ ਤੋਂ? plants produce seeds from which new plant grow, some plants can also grow from plant parts। ਠੀਕ ਹੈ, ਕਈ ਪਲਾਂਟਸ ਜਿਹੜੇ ਆ ਉਹ ਸੀਡਸ ਤੋਂ ਪੈਦਾ ਹੁੰਦੇ ਆ, ਅਤੇ ਸੀਡਸ ਤੋਂ ਕੀ ਹੁੰਦਾ ਆ?
ਨਿਊ ਪਲਾਂਟ ਗਰੋ ਹੋ ਜਾਂਦਾ ਆ, ਸੀਡਸ ਤੋਂ ਨਿਊ ਪਲਾਂਟ ਗਰੋ ਹੋ ਜਾਂਦਾ ਆ। ਤੇ ਕਈ ਜਿਹੜੇ ਪਲਾਂਟਸ ਨੇ ਉਹ ਪਲਾਂਟ ਪਾਰਟਸ ਤੋਂ ਸ਼ੁਰੂ ਹੁੰਦੇ ਨੇ, ਜਿਵੇਂ ਸਟੈਮ ਆ, ਠੀਕ ਹੈ, ਸਟੈਮ ਕੱਟ ਕੇ ਆਪਾਂ ਲਾ ਦਿੰਦੇ ਆ ਤੇ ਉਹ ਉਗਣਾ ਸ਼ੁਰੂ ਹੋ ਜਾਂਦਾ ਆ। ਸੋ ਕਈਆਂ ਦੇ ਪਾਰਟਸ ਲੱਗਦੇ ਆ ਤੇ ਕਈਆਂ ਦੇ ਸੀਡਸ ਲੱਗਦੇ ਆ। So next question is, who helps in moving plant seeds from far away places? Far away places ਨੂੰ ਜਾਣ ਵਾਸਤੇ ਕੌਣ ਹੈਲਪ ਕਰਦਾ ਆ? far away places ਵਿੱਚ ਜਦੋਂ ਮਤਲਬ ਕਿ ਸੀਡ ਇੱਕ ਥਾਂ ਤੋਂ ਦੂਸਰੀ ਥਾਂ ਜਾਂਦਾ ਆ, ਉਹਨੂੰ ਇੱਕ ਥਾਂ ਤੋਂ ਦੂਸਰੀ ਥਾਂ ਭੇਜਣ ਵਿੱਚ ਕੌਣ ਮਦਦ ਕਰਦਾ ਆ? ਐਨੀਮਲਸ। ਕਿਉਂਕਿ ਜਦੋਂ ਮੈਂ ਤੁਹਾਨੂੰ ਸਮਝਾਇਆ ਸੀ ਮੀਟਿੰਗ ਵਿੱਚ ਵੀ, ਪਲੱਸ ਮੈਂ ਤੁਹਾਨੂੰ ਵੀਡੀਓਜ਼ ਵੀ ਭੇਜੀਆਂ ਸੀ, ਉਹਦੇ ਵਿੱਚ ਵੀ ਮੈਂ ਤੁਹਾਨੂੰ ਸਮਝਾਇਆ ਆ ਕਿ ਜਿਹੜੇ ਐਨੀਮਲਸ ਨੇ ਜਦੋਂ ਵੀ ਉਹ ਕੋਈ ਸੀਡ ਕੋਈ ਵੀ ਖਾਂਦੇ ਨੇ, ਫਰੂਟ ਖਾਂਦੇ ਨੇ ਜਾਂ ਸਬਜ਼ੀ ਖਾਂਦੇ ਨੇ, ਉਹਨਾਂ ਵਿੱਚੋਂ ਜਿਹੜੇ ਬੀਜ ਹੁੰਦੇ ਨੇ ਉਹ ਨਾਲ ਸੁੱਟਦੇ ਜਾਂਦੇ ਨੇ, ਕਿਉਂਕਿ ਉਹਨਾਂ ਦੇ ਮੂੰਹ ਵਿੱਚੋਂ ਗਿਰ ਜਾਂਦੇ ਆ, ਹੈ ਨਾ। ਜਿੱਦਾਂ ਅਸੀਂ ਮੂੰਹ ਵਿੱਚ ਸਬਜ਼ੀ ਪਾਉਂਦੇ ਤਾਂ ਸਾਡੇ ਮੂੰਹ ਵਿੱਚੋਂ ਡਿੱਗ ਜਾਂਦੀ ਹੈ ਅਤੇ ਸਾਡੀ ਸ਼ਰਟ 'ਤੇ ਲੱਗ ਜਾਂਦੀ ਹੈ। ਇਸੇ ਤਰ੍ਹਾਂ ਹੀ ਉਹ ਜਦੋਂ ਖਾਂਦੇ ਨੇ ਅਤੇ ਉਹਨਾਂ ਦੇ ਮੂੰਹ ਵਿੱਚੋਂ ਵੀ ਗਿਰ ਜਾਂਦੇ ਆ। ਜਿੱਥੇ ਜਿੱਥੇ ਉਹਨਾਂ ਦਾ ਬੀਜ ਉਹ ਗਿਰਦਾ ਆ, ਉੱਥੇ ਉੱਥੇ ਉਹ ਪਲਾਂਟ ਜਿਹੜੇ ਆ ਉਗਣੇ ਸ਼ੁਰੂ ਹੋ ਜਾਂਦੇ ਆ। ਸੋ ਨੈਕਸਟ ਇਜ਼, ਇਫ ਦ ਬੈਲੈਂਸ ਆਫ ਇਨਵਾਇਰਮੈਂਟ ਡਿਸਟਰੋਇਡ ਇਟ ਹਾਰਮਸ ਟੂ। ਜੇ ਇਨਵਾਇਰਮੈਂਟ ਡਿਸਟਰੋਏ ਹੋ ਜਾਏਗਾ, ਪੂਰਾ ਇਨਵਾਇਰਮੈਂਟ ਡਿਸਟਰੋਏ ਹੋ ਜਾਏਗਾ, ਠੀਕ ਹੈ, ਤੇ ਫਿਰ ਇਹ ਕਿਹਨੂੰ ਹਾਰਮ ਕਰੇਗਾ? ਲਿਵਿੰਗ ਥਿੰਗਸ ਨੂੰ, ਨॉन ਲਿਵਿੰਗ ਥਿੰਗਸ ਨੂੰ ਥੋੜੀ ਕਰੇਗਾ। ਵਾਈ? ਬਿਕੋਜ਼ ਨॉन ਲਿਵਿੰਗ ਥਿੰਗਸ ਜਿਹੜੇ ਆ ਉਹਨਾਂ ਨੂੰ ਤਾਂ ਕੋਈ ਇਫੈਕਟ ਨਹੀਂ ਹੋਣਾ। ਬੁੱਕਸ ਹੈ, ਬੈਂਚ ਆ, ਠੀਕ ਹੈ, ਬੈੱਡ ਆ, ਇਹਨਾਂ ਨੂੰ ਕੋਈ ਇਫੈਕਟ ਨਹੀਂ ਹੋਣਾ, ਇਹਨਾਂ ਨੂੰ ਕੋਈ ਅਫਸੋਸ ਨਹੀਂ ਹੋਣਾ ਕਿਹਨੂੰ ਆ? ਨੁਕਸਾਨ ਕਿਹਨੂੰ ਪਹੁੰਚਣਾ? ਲਿਵਿੰਗ ਥਿੰਗਸ ਨੂੰ। ਕਿਉਂ? ਕਿਉਂਕਿ ਉਹਨਾਂ ਨੇ ਸਾਹ ਨਹੀਂ ਲੈ ਸਕਣਾ ਪ੍ਰੋਪਰ, ਉਹਨਾਂ ਨੂੰ ਆਕਸੀਜਨ ਪ੍ਰੋਪਰ ਨਹੀਂ ਮਿਲੇਗੀ, ਉਹ ਡਾਈ ਹੋ ਸਕਦੇ ਆ। ਸੋ ਦੈਟਸ ਵਾਈ ਇਫ ਦ ਇਨਵਾਇਰਮੈਂਟ ਡਿਸਟਰੋਇਡ, so then it will affect to the living things. So this was the paper of that I sent you, 80 questions, 80 marks paper that I sent you from the whole chapters 1 to 5, ਜਿਹੜਾ ਤੁਸੀਂ ਪ੍ਰੋਪਰਲੀ ਨਹੀਂ ਕੀਤਾ। ਸੋ ਬੱਚੇ, ਆਈ ਥਿੰਕ ਸੋ ਕਿ ਤੁਸੀਂ ਨੈਕਸਟ ਟਾਈਮ ਜ਼ਰੂਰ ਕਰੋਗੇ। ਥੈਂਕ ਯੂ ਵੈਰੀ ਮਚ।